ਅੱਜ ਦੀ ਕਲਾਸ ਸਟਾਰਟ ਕਰਦੇ ਹਾਂ ਆਪਾਂ। ਅੱਜ ਦਾ ਆਪਣਾ ਟੌਪਿਕ ਹੈ ਮਾਡਰਨ ਥਿਊਰੀ। ਮਾਡਰਨ ਥਿਊਰੀ ਵੀ ਕਹਿ ਸਕਦੇ ਹਾਂ, ਕੈਮੀਕਲ ਐਵੋਲਿਊਸ਼ਨ, ਓਪੇਰਨ ਐਂਡ ਹੈਲਡਨ ਥਿਊਰੀ। ਇਹਦੇ ਤਿੰਨ ਨਾਮ ਆ ਔਰ ਇਹ ਸਭ ਤੋਂ ਜੋ ਸਕਸੈਸਫੁਲ ਰਹੀ ਹੈ ਥਿਊਰੀ, ਆਪਾਂ ਉਹਦੀ ਗੱਲ ਕਰਨ ਜਾ ਰਹੇ ਹਾਂ। ਓਪੇਰਨ ਐਂਡ ਹੈਲਡਨ ਨੇ ਜੋ ਥਿਊਰੀ ਦਿੱਤੀ ਸੀ, ਇਹਨਾਂ ਨੇ ਕਿਹਾ ਸੀ ਜੋ ਪ੍ਰੀ ਐਗਜ਼ਿਸਟਿੰਗ ਨॉन ਲਿਵਿੰਗ ऑर्गेनिक मॉलिक्यूल है लाइफ ਉੱਥੋਂ ਐਗਜ਼ਿਸਟ ਕਰੀ ਹੈ। ਜੋ ਅਰਥ ਤੇ ਪ੍ਰਿਮਿਟਿਵ ਅਰਥ ਹੈ, ਉੱਥੇ ਜੋ ਲਾਈਫ ਦੀ ਐਗਜ਼ਿਸਟੈਂਸ ਹੋਈ ਹੈ ਉਹ ਕਿੱਥੋਂ ਹੋਈ ਹੈ? ਨॉन ਲਿਵਿੰਗ ऑर्गेनिक मॉलिक्यूल। ਨॉन ਲਿਵਿੰਗ ਕਿਉਂ ਕਹਿ ਰੱਖਿਆ? ਕਿਉਂਕਿ ਇਹਨਾਂ ਦੀ ਜਿਹੜੀ ਫੋਰਮੇਸ਼ਨ ਹੈ ਉਹ ਹੋਈ ਕਿੱਥੋਂ? ਇਨਆਰਗੈਨਿਕ ਕੰਪਾਊਂਡ ਤੋਂ ਹੋ ਰਹੀ ਹੈ। ਔਰ ਜਦੋਂ ਇਨਆਰਗੈਨਿਕ ਤੋਂ ਹੋ ਰਹੀ ਹੈ ਤਾਂ ਇਹ ਕਿਹੜੇ ਵਾਲੇ ਹੈਗੇ? ਨॉन ਲਿਵਿੰਗ ऑर्गेनिक मॉलिक्यूल। ਔਰ ਕਿਹੜੇ ਵਾਲੇ ਆ? ਆਰਐਨਏ ਐਂਡ ਪ੍ਰੋਟੀਨ। ਇਹਨਾਂ ਤੋਂ ਹੀ ਕੀ ਹੋਇਆ ਕਿ ਫਸਟ ਲਾਈਫ ਐਗਜ਼ਿਸਟ ਕਰੀ ਹੈ ਅਰਥ ਦੇ ਉੱਪਰ, ਉਹ ਆਰਐਨਏ ਪ੍ਰੋਟੀਨ ਨॉन ਲਿਵਿੰਗ ऑर्गेनिक मॉलिक्यूल ਤੋਂ ਹੀ। ਉਹ ਪੇਰਨ ਦੀ ਇੱਕ ਬੁੱਕ ਹੈ ਕਿਹੜੀ ਵਾਲੀ? ਓਰੀਜਨ ਆਫ ਲਾਈਫ। ਉਹਦੇ ਵਿੱਚ ਇਸ ਦੀ ਡਿਟੇਲ ਨੇ ਪੂਰੀ ਸਟੱਡੀ ਕਰੀ ਹੋਈ ਹੈ। ਓਰੀਜਨ ਆਫ ਲਾਈਫ ਪੂਰੀ ਡਿਟੇਲ ਚ ਦੇ ਰੱਖਿਆ ਕਿ ਲਾਈਫ ਕਿੱਦਾਂ ਐਗਜ਼ਿਸਟ ਹੋਈ ਹੈ ਅਰਥ ਦੇ ਉੱਪਰ। ਇਹ ਪੁੱਛ ਸਕਦੇ ਆ ਉਹ ਪੇਰਨ ਦੀ ਕਿਹੜੀ ਵਾਲੀ ਬੁੱਕ ਹੈ? ਓਰੀਜਨ ਆਫ ਲਾਈਫ। ਇੰਪੋਰਟੈਂਟ ਹੈ ਕਿ ਬੁੱਕ ਤੇ ਵੀ ਇੱਕ ਦੋ ਕੁਐਸਚਨ ਆਉਂਦੇ ਹੀ ਆਉਂਦੇ ਆ। और ओरिजिन ऑफ लाइफ बुक की है ओपेरन। और डेसेंट ऑफ मॉडिफिकेशन के वाली सीगी वो सीगी डार्विन ਦੀ बुक। और फर्स्ट टाइम जो लाइफ एग्जिस्ट करी ਸੀ ਉਹ ਵਾਟਰ ਤੋਂ ਕਰੀ ਸੀ। ਵਾਟਰ ਦੇ ਵਿੱਚ ਲਾਈਫ ਦਾ ਜਿਹੜਾ origin ਹੈ ਉਹ ਹੈ ਫਸਟ ਲਾਈਫ ਜਿਹੜੀ ਐਗਜ਼ਿਸਟ ਕਰੀ ਸੀ। ਫਸਟ ਲਾਈਫ ਔਨ ਅਰਥ ਕਿੱਥੇ ਹੋਈ ਸੀ? origin in water। originate in water। ਤੇ ਫਸਟ ਲਾਈਫ ਜਿਹੜੀ ਐਗਜ਼ਿਸਟ ਕਰੀ ਹੈ ਵਾਟਰ ਦੇ ਵਿੱਚ ਕਰੀ ਸੀ। ਔਰ ਇਸ ਥਿਊਰੀ ਦੇ ਅਕੋਰਡਿੰਗ ਦੋ ਫੇਜ਼ਸ ਦੇ ਵਿੱਚ ਲਾਈਫ ਐਗਜ਼ਿਸਟ ਕਰੀ ਹੈ। ਪਹਿਲਾਂ ਹੋਈ ਸੀ ਕੈਮੀਕਲ ਐਵੋਲਿਊਸ਼ਨ, ਜਿਹਨੂੰ ਕੀਮੋਜੈਨੀ ਕਹਿੰਦੇ ਆਪਾਂ। ਔਰ ਸੈਕਿੰਡ ਹੈ ਬਾਇਓਲੋਜੀਕਲ ਐਵੋਲਿਊਸ਼ਨ, ਜਿਹਨੂੰ ਆਪਾਂ ਬਾਇਓਜੈਨੀ ਕਹਿੰਦੇ। ਤਾਂ ਕੈਮੀਕਲ ਐਵੋਲਿਊਸ਼ਨ ਦੇ ਵਿੱਚ ਕੀ ਸੀ ਕਿ ਅਰਥ ਜਿਹੜਾ ਪ੍ਰਿਮਿਟਿਵ ਅਰਥ ਸੀ ਉੱਥੇ ਹਾਈ ਟੈਂਪਰੇਚਰ ਸੀ। ਪਹਿਲਾਂ ਹਾਈ ਟੈਂਪਰੇਚਰ, ਵਲਕੈਨੋ, ਸਟੋਮ, ਲਾਈਟਨਿੰਗ, ਇਹ ਸਭ ਚੀਜ਼ਾਂ ਉਹ ਰਿਡਿਊਸਿੰਗ ਐਟਮੋਸਫੇਅਰ ਸੀ। ਲੇਕਿਨ ਅਰਥ ਜਿਹੜੀ ਸੀ, ਅਰਥ ਦੇ ਉੱਪਰ ਜੋ ਐਸੈਂਸ਼ੀਅਲ ਐਲੀਮੈਂਟ ਹੈਗੇ ਆ, ਕੌਣ? ਕਾਰਬਨ, ਹਾਈਡਰੋਜਨ, ਆਕਸੀਜਨ ਐਂਡ ਨਾਈਟ੍ਰੋਜਨ। ਇਹ ਕਿਹੜੇ ਵਾਲੇ ਐਲੀਮੈਂਟ ਹੈਗੇ ਆ? ਜਿਹੜੇ ਐਲੀਮੈਂਟ ਪ੍ਰੋਟੋਪਲਾਜ਼ਮ ਲਈ ਨੈਸੈਸਰੀ ਹੁੰਦੇ ਆ। ਪ੍ਰੋਟੋਪਲਾਜ਼ਮ ਲਈ ਜਿਹੜੇ ਐਲੀਮੈਂਟ ਨੈਸੈਸਰੀ ਹੈ ਜਿਸ ਤੋਂ ਪ੍ਰੋਟੋਪਲਾਜ਼ਮ ਬਣਦਾ, ਤਾਂ ਇਹ ਐਲੀਮੈਂਟ ਉਹ ਵਾਲੇ ਆ ਜਿੱਥੇ ਪ੍ਰੋਟੋਪਲਾਜ਼ਮ ਦੀ ਫੋਰਮੇਸ਼ਨ ਹੋਣੀ ਸੀ। ਇਹ ਅਰਥ ਤੇ ਆਲਰੇਡੀ ਸੀ। ਔਰ ਸਭ ਤੋਂ ਜ਼ਿਆਦਾ ਕੀ ਸੀ? ਹਾਈਡਰੋਜਨ। ਹਾਈਡਰੋਜਨ ਦੀ ਅਮਾਉਂਟ ਕੀ ਸੀ ਜੋ ਪ੍ਰਿਮਿਟਿਵ ਅਰਥ ਸੀ? ਸਭ ਤੋਂ ਜ਼ਿਆਦਾ ਸੀ। ਹਾਈਡਰੋਜਨ ਐਲੀਮੈਂਟ ਸਭ ਤੋਂ ਜ਼ਿਆਦਾ ਅਮਾਉਂਟ ਵਿੱਚ ਸੀ। ਔਰ ਹਾਈਡਰੋਜਨ ਆਕਸੀਜਨ ਮਿਲ ਕੇ ਕੀ ਬਣਾ ਲਿਆ ਨਾ? ਵਾਟਰ ਵੈਪਰ ਬਣਾਇਆ। ਔਰ ਕੋਈ ਵੀ ਫ੍ਰੀ ਆਕਸੀਜਨ ਨਹੀਂ ਬਚੀ। ਫ੍ਰੀ ਆਕਸੀਜਨ ਦੀ ਐਗਜ਼ਿਸਟੈਂਸ ਫਿਲਹਾਲ ਨਹੀਂ ਹੋਈ ਸੀ। ਔਰ ਜੋ ਇਹ ਵਾਟਰ ਬਣਿਆ ਇਹ ਵੈਪਰ ਫਾਰਮ ਦੇ ਵਿੱਚ, ਵੈਪਰ ਫਾਰਮ। ਔਰ ਐਦਾਂ ਹੀ ਹਾਈਡਰੋਜਨ ਨੇ ਰਿਐਕਟ ਕਰਿਆ ਨਾਈਟ੍ਰੋਜਨ ਨਾਲ ਤੇ ਕੀ ਬਣਾ ਲਿਆ? ਅਮੋਨੀਆ। ਹਾਈਡਰੋਜਨ ਨੇ ਰਿਐਕਟ ਕਰਿਆ ਨਾਈਟ੍ਰੋਜਨ ਦੇ ਨਾਲ ਔਰ ਉੱਥੋਂ ਕੀ ਬਣ ਗਿਆ? ਅਮੋਨੀਆ। ਸਿਮਿਲਰਲੀ ਜੋ ਵਾਟਰ ਅਮੋਨੀਆ ਜਿਹੜੇ ਹੈਗੇ ਆ ਇਹ ਫਸਟ ਇਨਆਰਗੈਨਿਕ ਕੰਪਾਊਂਡ ਸੀਗੇ ਜੋ ਅਰਥ ਤੇ ਫਾਰਮ ਹੋ ਸਕਦੇ ਆ। ਸਭ ਤੋਂ ਪਹਿਲੇ ਵਾਲੇ ਜਿਹੜੇ ਹੈਗੇ ਸੀ ਇਨਆਰਗੈਨਿਕ ਕੰਪਾਊਂਡ ਕਿਹੜੇ ਵਾਲੇ ਆ? ਅਮੋਨੀਆ ਐਂਡ ਵਾਟਰ। ਕਾਰਬਨ ਡਾਈਆਕਸਾਈਡ ਤਾਂ ਬਾਅਦ ਵਿੱਚ ਹੈ। ਕਾਰਬਨ ਡਾਈਆਕਸਾਈਡ ਦੀ ਫੋਰਮੇਸ਼ਨ ਕਿੱਦਾਂ ਹੋਈ? ਜਿਹੜੀ ਵਾਟਰ ਸੀ ਉਸ ਦੇ ਉੱਪਰ ਯੂਵੀ ਰੇਜ਼, ਕਿਉਂਕਿ ਐਟਮੋਸਫੇਅਰ ਤਾਂ ਸੀ ਨਹੀਂ, ਯੂਵੀ ਰੇਜ਼ ਜਦੋਂ ਵਾਟਰ ਵੈਪਰ ਦੇ ਉੱਪਰ ਫੋਲ ਕਰੀਆਂ ਤੇ ਕੀ ਹੋਇਆ? ਇਹ ਹਾਈਡਰੋਜਨ ਪਲੱਸ ਨੇਸੈਂਟ ਆਕਸੀਜਨ ਦੇ ਵਿੱਚ ਇਸਨੇ ਚੇਂਜ ਕਰਿਆ। ਫਿਰ ਨੇਸੈਂਟ ਆਕਸੀਜਨ ਕਾਰਬਨ
ਮਿਥੇਨ, ਅਮੋਨੀਆ ਔਰ ਨੇਸੈਂਟ ਆਕਸੀਜਨ ਜਦੋਂ ਰਿਐਕਟ ਕਰੀ ਤਾਂ ਫਿਰ ਉਸ ਤੋਂ ਬਾਅਦ ਵਿੱਚ ਕਾਰਬਨ ਡਾਈਆਕਸਾਈਡ ਪ੍ਰੋਡਿਊਸ ਹੋਈ ਹੈ। ਹਾਈਡਰੋਜਨ ਕਿੱਥੋਂ? ਉਹ ਵੀ ਵਾਟਰ ਤੋਂ। ਔਰ ਕਾਰਬਨ ਡਾਈਆਕਸਾਈਡ ਕਿੱਥੋਂ ਹੈ? ਜਦੋਂ ਅਮੋਨੀਆ, ਨਾਈਟ੍ਰੋਜਨ, ਨੇਸੈਂਟ ਆਕਸੀਜਨ ਨੇ ਰਿਐਕਟ ਕਰਿਆ ਤਾਂ ਉਦੋਂ ਆਪਣੇ ਕੋਲ ਕਿਹੜੇ ਵਾਲੇ ਬਣੇ ਆ? ਉਦੋਂ ਆਪਣੇ ਕੋਲ ਬਣੀ ਹੈ ਕਾਰਬਨ ਡਾਈਆਕਸਾਈਡ। ਤਾਂ ਵਾਟਰ ਐਂਡ ਅਮੋਨੀਆ ਕਿਹੜੇ ਹੈਗੇ ਆ? ਇਹ ਫਸਟ ਇਨਆਰਗੈਨਿਕ ਕੰਪਾਊਂਡ ਆ। ਔਰ ਮਿਥੇਨ ਦੀ ਅਗਰ ਗੱਲ ਕਰਦੇ ਆ, ਮਿਥੇਨ ਸਭ ਤੋਂ ਪਹਿਲਾਂ ਆਰਗੈਨਿਕ ਕੰਪਾਊਂਡ ਆਇਆ। ਅਗਰ ਆਰਗੈਨਿਕ ਕੰਪਾਊਂਡ ਪੁੱਛ ਲੈਣ ਆਰਗੈਨਿਕ ਫਸਟ ਆਰਗੈਨਿਕ ਕੰਪਾਊਂਡ ਕਿਹੜੇ ਵਾਲਾ? ਇਹ ਕਿਹੜੇ ਵਾਲਾ? ਫਸਟ ਆਰਗੈਨਿਕ ਕੰਪਾਊਂਡ ਔਨ ਅਰਥ। ਇਹ ਕਿਹੜੇ ਵਾਲਾ ਸੀ? ਮਿਥੇਨ। ਫਿਰ ਜਿੱਦਾਂ ਜਿੱਦਾਂ ਅਰਥ ਦਾ ਜੋ ਟੈਂਪਰੇਚਰ ਹੈ ਹੌਲੀ ਹੌਲੀ ਡਾਊਨ ਹੁੰਦਾ ਗਿਆ ਤੇ ਇਹ ਸਾਰੇ ਜਿਹੜੇ ਵਾਟਰ ਵੈਪਰ ਸੀ ਉਹ ਠੰਡੇ ਹੋਏ, ਕੂਲ ਹੋਏ ਔਰ ਉੱਥੋਂ ਕੀ ਹੋ ਗਿਆ, ਆਪਣੇ ਪਰਮਿਟਿਵ ਜਿਹੜੇ ਓਸ਼ਨ ਸੀਗੇ ਉਹ ਵਾਲੇ ਬਣ ਗਏ। ਪਰਮਿਟਿਵ ਓਸ਼ਨਸ ਬਣੇ। ਜਿੰਨੇ ਵੀ ਡਿਪਰੈਸ਼ਨ ਸੀਗੇ ਉਸ ਜਗ੍ਹਾ ਤੇ ਲੈਂਡਫਿਲ ਜਿਹੜੇ ਸੀ ਉੱਥੇ ਕੀ ਹੋ ਗਿਆ, ਓਸ਼ਨਸ ਬਣ ਗਏ। ਓਸ਼ਨ ਬਣੇ। ਓਸ਼ਨ ਤੋਂ ਬਾਅਦ ਵਿੱਚ ਕੀ ਆ, ਉਸਦੇ ਵਿੱਚ ਬਾਕੀ ਦੇ ਜਿਹੜੇ ਸਿੰਪਲ ਕੰਪਲੈਕਸ ਆਰਗੈਨਿਕ ਜਿਹੜੇ ਸੀਗੇ ਕੰਪਾਊਂਡ ਉਹ ਵੀ ਕੀ ਆ, ਉਸ ਓਸ਼ਨ ਦੇ ਵਿੱਚ ਜਮਾ ਹੋਣੇ ਸ਼ੁਰੂ ਹੋ ਗਏ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿਹੜੇ ਵਾਲੇ ਮੈਕਰੋਮੋਲੀਕਿਊਲ ਸੀਗੇ ਜਿਹੜੇ ਓਸ਼ਨ ਚ ਪਰਮਿਟਿਵ ਓਸ਼ਨ ਸੀ ਉਸ ਦੇ ਵਿੱਚ ਕਿਹੜੇ ਕਿਹੜੇ ਸੀ? ਇੱਕ ਤਾਂ ਵਾਟਰ ਓਸ਼ਨ ਦੇ ਵਿੱਚ ਸੀਗਾ ਜੋ ਰਿਚ ਮਿਕਸਚਰ ਸੀ, ਜਿਹੜਾ ਸਭ ਤੋਂ ਵੱਧ ਅਮਾਉਂਟ ਵਿੱਚ ਸੀ। ਉਸ ਤੋਂ ਇਲਾਵਾ ਬਾਕੀ ਮੈਕਰੋਮੋਲੀਕਿਊਲ ਤੇ ਕੰਪਲੈਕਸ ਆਰਗੈਨਿਕ ਕੰਪਾਊਂਡ ਉਹ ਵੀ ਕਿਤੇ ਸੀਗੇ ਉਸ ਪਰਮਿਟਿਵ ਓਸ਼ਨ ਦੇ ਵਿੱਚ, ਜਿਸ ਨੂੰ ਆਪਾਂ ਕਿਹਾ ਸੀ ਹੌਟ ਡਿਲਿਊਟ ਸੋਪ ਜਾਂ ਪ੍ਰੀਬਾਇਓਟਿਕ ਸੋਪ। ਇਹ ਜਿਹੜਾ ਹੌਟ ਡਿਲਿਊਟ ਸੋਪ ਹੈ ਇਸ ਦੇ ਵਿੱਚ ਕਿਹੜੇ ਵਾਲੇ ਸੀ? ਮੈਕਰੋ, ਇੱਕ ਵਾਟਰ, ਇਸ ਦੀ ਕੰਪੋਜੀਸ਼ਨ ਪੁੱਛਦੇ ਵਾਟਰ ਸੀ, ਕੰਪਲੈਕਸ ਆਰਗੈਨਿਕ ਕੰਪਾਊਂਡ। ਇਸ ਦੇ ਵਿੱਚ ਵਾਟਰ ਪਲੱਸ ਕੰਪਲੈਕਸ ਆਰਗੈਨਿਕ ਕੰਪਾਊਂਡ ਹੈ। ਤਾਂ ਇਹਨਾਂ ਨੇ ਕੀ ਬਣਾਤਾ? ਇਹਨਾਂ ਨੇ ਦੋਨੋਂ ਨੇ ਮਿਲ ਕੇ ਕੀ ਬਣਾਇਆ ਆਪਣੇ ਕੋਲ? ਹੌਟ ਡਿਲਿਊਟ ਸੋਪ। ਹੁਣ ਹੌਟ ਡਿਲਿਊਟ ਸੋਪ ਦੇ ਵਿੱਚ ਕਿਹੜੇ ਵਾਲੇ ਮੈਕਰੋਮੋਲੀਕਿਊਲ ਸੀ? ਪ੍ਰੋਟੀਨ, ਪੋਲੀਸੈਕਰਾਈਡ, ਫੈਟਸ, ਲਿਪਿਡ, ਨਿਊਕਲਿਕ ਐਸਿਡ। ਇਹ ਉਹ ਵਾਲੇ ਕੰਪੋਨੈਂਟਸ ਨੇ ਜਿਹੜੇ ਪ੍ਰੋਟੋਪਲਾਜ਼ਮ ਨੂੰ ਬਣਾਉਣ ਲਈ ਸਫੀਸ਼ੀਐਂਟ ਹੈ। ਪ੍ਰੋਟੀਨ, ਪੋਲੀਸੈਕਰਾਈਡ, ਫੈਟਸ, ਲਿਪਿਡ, ਨਿਊਕਲਿਕ ਐਸਿਡ, ਇਹ ਸਾਰੇ ਦੇ ਸਾਰੇ ਜਿਹੜੇ ਸੀਗੇ ਜਿਹੜੇ ਹੌਟ ਡਿਲਿਊਟ ਸੋਪ ਹੈ ਇਸ ਦੇ ਵਿੱਚ ਜਿਹੜੇ ਕੰਪੋਨੈਂਟ ਆਰਗੈਨਿਕ ਮੈਕਰੋਮੋਲੀਕਿਊਲ ਪਾਏ ਗਏ ਆ ਉਹ ਆ ਵਾਲੇ ਸੀ। ਪ੍ਰੋਟੀਨ, ਪੋਲੀਸੈਕਰਾਈਡ, ਫੈਟਸ, ਲਿਪਿਡ, ਨਿਊਕਲਿਕ ਐਸਿਡ। ਪੁੱਛ ਸਕਦੇ ਆ ਤਾਂ ਦੱਸ ਦੇਣਾ ਕਿ ਹੌਟ ਡਿਲਿਊਟ ਸੋਪ ਦੇ ਵਿੱਚ ਵਾਟਰ ਸੀ ਉਹ ਮੈਕਰੋਮੋਲੀਕਿਊਲ ਆਰਗੈਨਿਕ ਮੈਕਰੋਮੋਲੀਕਿਊਲ। ਨੈਕਸਟ ਉਹੀ ਜੋ ਇੱਕ ਟੇਬਲ ਦੇ ਜ਼ਰੀਏ ਸਮਝਾ ਰੱਖਿਆ ਜੋ ਹੁਣ ਤੱਕ ਥਿਊਰੀ ਆਪਾਂ ਕਰਕੇ ਆਏ ਆ। ਇਹਦੇ 'ਚ ਕੀ ਹੈ, ਅਟੋਮਿਕ ਸਟੇਜ ਇਹ ਕਦੋਂ ਆਪਣੇ ਕੋਲ 4.5 ਬਿਲੀਅਨ ਈਅਰਸ ਅਗੋ। ਇਹ ਉਦੋਂ ਦੀ ਗੱਲ ਕਰ ਰਹੇ ਜਦੋਂ ਅਰਥ ਦੀ ਫੋਰਮੇਸ਼ਨ ਹੋਈ ਹੈ। ਅਰਥ ਦਾ ਓਰੀਜਨ, ਅਰਥ ਓਰੀਜਨ ਜਦੋਂ ਹੋਇਆ ਉਦੋਂ ਕਿਹੜੇ ਵਾਲੇ ਐਲੀਮੈਂਟ ਸੀ? ਦਿਸ ਵਨ। ਔਰ ਉਸ ਤੋਂ ਬਾਅਦ ਮੋਲੀਕੂਲਰ ਸਟੇਜ ਆਈ। ਮੋਲੀਕੂਲਰ ਸਟੇਜ ਦੇ ਵਿੱਚ ਕੀ ਆਇਆ? ਵੈਪਰ ਵਾਟਰ ਆਇਆ ਪਹਿਲਾਂ, ਅਮੋਨੀਆ, ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਨਾਈਟ੍ਰੋਜਨ, ਹਾਈਡਰੋਜਨ, ਮਿਥੇਨ, ਜਿੰਨੇ ਵੀ ਆਪਣੇ ਕੋਲ ਦੇ ਰੱਖੇ ਆ ਇਹ ਸਾਰੇ ਸਾਰੇ ਕੰਪਾਊਂਡ ਬਣੇ। ਨਾਈਟ੍ਰਾਈਡ ਹੈ, ਕਾਰਬਾਈਡ ਦੇ ਰੱਖੇ ਹੈ, ਸੀਐਨਾਈਡ ਦੇ ਰੱਖੇ ਹੈ। ਤਾਂ ਸਿੰਪਲ ਆਰਗੈਨਿਕ ਕੰਪਾਊਂਡ ਪਹਿਲਾਂ ਬਣੇ ਆ। ਪਹਿਲਾਂ ਕਿਹੜੇ ਬਣੇ ਆ? ਸਿੰਪਲ ਆਰਗੈਨਿਕ ਕੰਪਾਊਂਡ। ਐਲਡੀਹਾਈਡ ਹੋ ਗਿਆ, ਕੀਟੋਨ, ਐਸੀਟੋਨ, ਪੈਂਟੋਸ, ਹੈਕਸੋਸ, ਅਮੀਨੋ ਐਸਿਡ, ਗਲਿਸਰੋਲ। ਹੁਣ ਇਹਨਾਂ ਤੋਂ ਹੀ ਮਿਲ ਕੇ ਅੱਗੇ ਕਿਹੜੇ ਬਣ ਗਏ? ਕੰਪਲੈਕਸ ਆਰਗੈਨਿਕ ਮੋਲੀਕਿਊਲ। ਪ੍ਰੋਟੀਨ, ਪੋਲੀਸੈਕਰਾਈਡ, ਫੈਟ, ਲਿਪਿਡਸ, ਨਿਊਕਲਿਕ ਐਸਿਡ। ਨਿਊਕਲੀਓਟਾਈਡ ਤੋਂ ਕੀ ਬਣਿਆ ਆਪਣੇ ਕੋਲ? ਨਿਊਕਲਿਕ ਐਸਿਡ ਬਣ ਗਏ। ਪ੍ਰੋਟੀਨ ਕਿੱਥੋਂ ਬਣਿਆ? ਅਮੀਨੋ ਐਸਿਡਸ ਤੋਂ ਬਣ ਗਏ। ਪੋਲੀਸੈਕਰਾਈਡ ਕਿੱਥੋਂ ਬਣ ਗਿਆ ਆਪਣੇ ਕੋਲ? ਜੋ ਗਲੂਕੋਜ਼ ਦੇ ਰੱਖੇ ਹੈ। ਪੋਲੀਸੈਕਰਾਈਡ ਕੀ ਹੈ? ਇੱਕ ਤਰ੍ਹਾਂ ਦੇ ਆਪਣੇ ਕੋਲ ਕਾਰਬੋਹਾਈਡਰੇਟਸ ਦੀ ਫਾਰਮ ਹੈ। ਔਰ ਇਹ ਕਿੱਥੋਂ ਬਣਿਆ ਆਪਣੇ ਕੋਲ? ਹੈਕਸੋਸ ਹੋ ਗਿਆ ਜਾਂ ਪੈਂਟੋਸ ਹੋ ਗਿਆ, ਉਹ ਸਾਰੇ ਉਹਨਾਂ ਤੋਂ ਕੀ ਬਣ ਗਿਆ ਆਪਣੇ ਕੋਲ? ਪੋਲੀਸੈਕਰਾਈਡ। ਫੈਟ ਤੇ ਲਿਪਿਡ ਕਿੱਥੋਂ ਆਇਆ? ਗਲਿਸਰੋਲ ਤੋਂ।
ਗਲਿਸਰੋਲ ਔਰ ਫੈਟੀ ਐਸਿਡ ਤੋਂ ਮਿਲ ਕੇ ਆਪਣੇ ਕੋਲ ਕੀ ਬਣਿਆ, ਫੈਟ ਐਂਡ ਲਿਪਿਡ। ਇਹ ਸਾਰੇ ਪਹਿਲਾਂ ਆਪਣੇ ਕੋਲ ਸਿੰਪਲ ਆਰਗੈਨਿਕ ਕੰਪਾਊਂਡ ਬਣੇ, ਫਿਰ ਦੈਨ ਉਸ ਤੋਂ ਬਾਅਦ ਵਿੱਚ ਕੀ ਬਣਿਆ, ਕੰਪਲੈਕਸ ਆਰਗੈਨਿਕ ਕੰਪਾਊਂਡ। ਫਿਰ ਦੈਨ ਲਾਈਟਨਿੰਗ ਔਰ ਰੇਡੀਏਸ਼ਨ, ਇਹ ਸਾਰੇ ਚੀਜ਼ਾਂ ਕਲਾਉਡ ਫੋਰਮੇਸ਼ਨ ਹੁੰਦੀ ਗਈ ਤਾਂ ਅੱਧ ਨੀਚੇ ਆਪਣੇ ਕੋਲ ਪ੍ਰਿਮਿਟਿਵ ਓਸ਼ਨਸ ਬਣ ਗਏ। ਔਰ ਇਹ ਸਾਰੇ ਦੇ ਸਾਰੇ ਕੀ ਹੋ ਗਏ, ਜਿੰਨੇ ਵੀ ਉੱਪਰ ਵਾਲੇ ਆਰਗੈਨਿਕ ਕੰਪਲੈਕਸ ਆਰਗੈਨਿਕ ਕੰਪਾਊਂਡ ਆ ਉਹ ਕਿੱਥੇ ਹੋ ਗਏ, ਹੌਟ ਓਸ਼ਨਸ ਦੇ ਵਿੱਚ ਆ ਗਏ। ਔਰ ਇਹਨਾਂ ਨੇ ਕੀ ਬਣਾ ਲਿਆ, ਹੌਟ ਡਿਲਿਊਟਸ ਆਫ ਪ੍ਰੀਬਾਇਓਟਿਕ, ਜਾਂ ਆਪਾਂ ਪ੍ਰੀਬਾਇਓਟਿਕਸ ਆਫ ਕਹਿ ਦਿੰਦੇ। ਇਹ ਸੀ ਹੁਣ ਤੱਕ ਦੀ ਕਹਾਣੀ ਅਰਥ ਦੇ ਉੱਪਰ ਜੋ ਹੋਇਆ, ਜੋ ਕੈਮੀਕਲ, ਇਹ ਸੀ ਕੈਮੀਕਲ ਐਵੋਲੂਸ਼ਨ। ਨੈਕਸਟ ਸਟੈਪ ਆਪਣੇ ਕੋਲ ਬਾਇਓਲੋਜੀਕਲ ਐਵੋਲੂਸ਼ਨ। ਬਾਇਓਲੋਜੀਕਲ ਐਵੋਲੂਸ਼ਨ ਦੇ ਵਿੱਚ ਕੀ ਆ, ਓਰੀਜਨ ਹੋਇਆ ਪ੍ਰੋਟੋਬਾਇਓਸ ਦਾ। ਇੱਥੋਂ ਆਪਣੇ ਕੋਲ ਬਾਇਓਲੋਜੀਕਲ ਐਵੋਲੂਸ਼ਨ ਹੋਣੀ ਸ਼ੁਰੂ ਹੋ ਗਈ। ਉਸ ਤੋਂ ਬਾਅਦ ਨੈਕਸਟ ਸਟੇਜ ਆਈ ਪ੍ਰੋਟੋਸੈਲ। ਨੈਕਸਟ ਵਾਲੀ ਸਟੇਜ ਆਈ ਫਸਟ ਸੈਲੂਲਰ ਫਾਰਮ ਪ੍ਰੋਕੈਰੀਓਟ। ਪ੍ਰੋਕੈਰੀਓਟ ਕੀ ਹੈ, ਜੋ ਬੈਕਟੀਰੀਆ ਉਹ ਪ੍ਰੋਕੈਰੀਓਟ ਇੱਕ ਤਰ੍ਹਾਂ ਦਾ। ਤਾਂ ਇਸਦਾ ਮੀਨ ਇਹ ਹੈ ਕਿ ਜੋ ਅਰਥ ਦੇ ਉੱਪਰ ਫਸਟ ਜੋ ਲਿਵਿੰਗ ਥਿੰਗ ਆਈ ਆ ਉਹ ਪ੍ਰੋਕੈਰੀਓਟ ਸੀ, ਬੈਕਟੀਰੀਆ ਸੀਗਾ। ਦੈਨ ਫਿਰ ਕਿਤੇ ਓਰੀਜਨ ਹੋਇਆ ਯੂਕਰੀਟ। ਤੇ ਆਪਾਂ 1 ਬਾਏ 1 ਦੇਖਦੇ ਆ ਕਿ ਇਹ ਕਿਸ ਤਰ੍ਹਾਂ ਜੋ ਹੌਟ ਡਿਲਿਊਟ ਸੋਪ ਹੈ ਉੱਥੋਂ ਕਿੱਦਾਂ ਇਹ ਸਾਰੀਆਂ ਚੀਜ਼ਾਂ ਫਾਰਮ ਹੋਈਆਂ। ਤਾਂ ਓਰੀਜਨ ਆਫ ਪ੍ਰੋਟੋਬਾਇਓਨ। ਪ੍ਰੋਟੋਬਾਇਓਨਸ ਪਹਿਲਾਂ ਇਹ ਵਾਲੀ ਚੀਜ਼ ਆਪਾਂ ਦੇਖਦੇ ਹਾਂ। ਤਾਂ ਜਿੰਨੇ ਵੀ ਪਰਮਿਟਿਵ ਓਸ਼ਨ ਸੀਗੇ ਉਹਨਾਂ ਦੇ ਵਿੱਚ ਜੋ ਮੈਕਰੋਮੋਲੀਕਿਊਲ ਸੀ, ਜੋ ਵੀ ਮੈਕਰੋਮੋਲੀਕਿਊਲ ਸੀ ਉਹਨਾਂ ਨੇ ਇੱਕ ਕਲੋਇਡਲ ਡ੍ਰੌਪ ਦੀ ਤਰ੍ਹਾਂ ਇੱਕ ਸਟਰਕਚਰ ਦੇ ਵਿੱਚ ਫਾਰਮ ਹੋ ਗਏ ਸਾਰੇ। ਔਰ ਉਹਨਾਂ ਨੇ ਕੀ ਬਣਾ ਲਿਆ, ਪ੍ਰੋਟੋਬਾਇਓਨਸ। ਜਿੰਨੇ ਮੈਕਰੋਮੋਲੀਕਿਊਲ ਸੀ ਸਿੰਥਾਈਜ਼ਡ ਹੋਇਆ ਇਹ ਬਾਇਓਟਿਕਲੀ। ਇਹ ਬਾਇਓਟਿਕਲੀ ਹੋਇਆ ਕਿਉਂਕਿ ਨੇਚਰ ਦਾ ਇਹਦੇ ਵਿੱਚ ਕੁਝ ਵੀ ਲੈਣਾ ਦੇਣਾ ਨਹੀਂ ਸੀਗਾ। ਆਰਗੈਨਿਕ ਕੁਝ ਵੀ ਨਹੀਂ ਹੈ, ਸਾਰੇ ਦੇ ਸਾਰਾ ਕੀ ਹੈ ਕਿ ਨॉन ਲਿਵਿੰਗ ਤੋਂ ਸਾਰੀ ਚੀਜ਼ਾਂ ਬਣੀਆਂ, ਇਸ ਲਈ ਇਹਨੂੰ ਆਪਾਂ ਕੀ ਕਹਿ ਦਿੱਤਾ, ਇਹ ਬਾਇਓਟਿਕਲੀ। ਨॉन ਲਿਵਿੰਗ ਤੋਂ ਸਾਰੀਆਂ ਚੀਜ਼ਾਂ ਬਣੀਆਂ ਹੁਣ ਤੱਕ ਜਿੰਨੀਆਂ ਸੀ, ਇਸ ਲਈ ਇਹ ਕੀ ਹੋਇਆ, ਸਾਰਾ ਸਿੰਥੇਸਿਸ ਹੋਇਆ ਇਹ ਬਾਇਓਟਿਕਲੀ। ਪਰਮਿਟਿਵ ਓਸ਼ਨ ਦੇ ਵਿੱਚ ਜਿੰਨੇ ਵੀ ਮੈਕਰੋਮੋਲੀਕਿਊਲ ਹੈ ਉਹਨਾਂ ਕੋਲਾਈਡਲ ਡ੍ਰੌਪ ਦੀ ਸਟਰਕਚਰ ਦੇ ਵਿੱਚ ਆਪਣੇ ਆਪ ਨੂੰ ਚੇਂਜ ਕਰ ਲਿਆ, ਜਿਸ ਨੂੰ ਆਪਾਂ ਕੀ ਕਹਤਾ, ਪ੍ਰੋਟੋਬਾਇਓਨ। ਹੁਣ ਪ੍ਰੋਟੋਬਾਇਓਨਸ ਦੇ ਵਿੱਚ ਹੈਗਾ ਕੀ ਹੈ, ਇੱਕ ਕਲਸਟਰ ਹੈ ਪ੍ਰੋਟੀਨ, ਪੋਲੀਸੈਕਰਾਈਡ, ਲਿਪਿਡ, ਨਿਊਕਲਿਕ ਐਸਿਡ। ਇਹ ਸਾਰਾ ਕਿੱਦਾਂ ਹੋਏਗਾ, ਜਿਹੜੇ ਪ੍ਰੋਟੋਬਾਇਓਨਸ ਹੈ, ਪ੍ਰੋਟੋਬਾਇਓਨਸ ਇੱਕ ਤਰ੍ਹਾਂ ਦਾ ਕੋਲਾਈਡਲ ਡ੍ਰੌਪ ਹੈ ਜਿਸ ਦੇ ਵਿੱਚ ਕੀ ਪ੍ਰੈਜ਼ੈਂਟ ਹੈਗਾ, ਪ੍ਰੋਟੀਨ, ਫੈਟ, ਪੋਲੀਸੈਕਰਾਈਡ, ਲਿਪਿਡ। ਮਤਲਬ ਉਹ ਸਾਰੇ ਐਸੈਂਸ਼ੀਅਲ ਐਲੀਮੈਂਟ ਜੋ ਕਿ ਇੱਕ ਸੈੱਲ ਦੇ ਵਿੱਚ ਆਪਾਂ ਨੂੰ ਮਿਲਦੇ ਗਏ। ਜੋ ਇੱਕ ਲਿਵਿੰਗ ਸੈੱਲ ਦੇ ਵਿੱਚ ਸਾਰੀਆਂ ਚੀਜ਼ਾਂ ਮਿਲਦੀਆਂ ਉਹ ਵਾਲੇ ਕੰਪੋਨੈਂਟ ਕਿਤੇ ਆਪਾਂ ਨੂੰ ਮਿਲ ਗਏ ਪ੍ਰੋਟੋਬਾਇਓਨਸ ਦੇ ਵਿੱਚ। ਔਰ ਇਹ ਕੰਡੀਸ਼ਨ ਜਿਹੜੀ ਹੈ ਇਹ ਤਾਂ ਨੈਚੁਰਲੀ ਅਕਰਿੰਗ ਹੋ ਰਹੀ ਹੈ, ਲੇਕਿਨ ਸਿਮਿਲਰ ਦਾ ਐਕਸਪੈਰੀਮੈਂਟ ਓਪੇਰਨ ਨੇ ਲੈਬ ਦੇ ਵਿੱਚ ਵੀ ਕਰਿਆ ਸੀ। ਲੈਬ ਦੇ ਵਿੱਚ ਵੀ ਪਰਫਾਰਮ ਕਰਿਆ ਸੇਮ ਕੰਡੀਸ਼ਨਸ ਅਪਲਾਈ ਕਰਕੇ। ਤਾਂ ਇਸਨੇ ਪ੍ਰੋਟੋਬਾਇਓਨਸ ਬਣਾਇਆ ਜਿਸ ਨੂੰ ਉਹਨੇ ਨਾਮ ਦਿੱਤਾ ਸੀ ਕੋਸਰਵੇਟਸ। ਕੋਸਰਵੇਟਸ ਔਰ ਕੋਸਰਵੇਟਸ ਦੇ ਇੱਕ ਤਰ੍ਹਾਂ ਦਾ ਕੀ ਸੀ, ਪ੍ਰੀਪੇਅਰਡ ਸਮ ਪ੍ਰੋਟੋਬਾਇਓਨਸ ਵਿਦਆਊਟ ਲਿਪਿਡ ਮੈਂਬਰਨ। ਲਿਪਿਡ ਦੀ ਮੈਂਬਰਨ ਐਬਸੈਂਟ ਸੀ। ਅਗਰ ਲਿਪਿਡ ਦੀ ਮੈਂਬਰਨ ਐਬਸੈਂਟ ਸੀ ਤਾਂ ਕਿੰਨੇ ਕਰਿਆ ਸੀ ਐਕਸਪੈਰੀਮੈਂਟ, ਓਪੇਰਨ। ਉਹਨੂੰ ਨਾਮ ਕੀ ਦਿੱਤਾ ਸੀ, ਕੋਸਰਵੇਟ। ਸਿਮਿਲਰ ਕੰਡੀਸ਼ਨ ਅਪਲਾਈ ਕਰਕੇ ਲੈਬ ਦੇ ਵਿੱਚ ਇੱਕ ਕੰਟਰੋਲ ਕੰਡੀਸ਼ਨ ਦੇ ਵਿੱਚ ਉਸਨੇ ਕੀ ਕਰਿਆ, ਪ੍ਰੋਟੋਬਾਇਓਨਸ ਨੂੰ ਇੱਕ ਲੈਬ ਦੇ ਵਿੱਚ ਸਿੰਥਾਈਜ਼ ਕਰਿਆ। ਔਰ ਉਹ ਜੋ ਸਿੰਥਾਈਜ਼ ਕਰ ਰਿਹਾ ਸੀ ਪ੍ਰੋਟੋਬਾਇਓਨ, ਉਹ ਕੀ ਹੈਗਾ ਸੀ, ਲੈਕ ਆਫ ਲਿਪਿਡ ਮੈਂਬਰਨ। ਉਸ ਦੇ ਉੱਪਰ ਲਿਪਿਡ ਮੈਂਬਰਨ ਨਹੀਂ ਸੀ, ਤਾਂ ਉਸਨੇ ਨਾਮ ਦਿਆ ਸੀ ਉਸਨੂੰ ਕੋਸਰਵੇਟਸ। ਔਰ ਨੈਕਸਟ ਹੈ ਸਿਡਨੀ ਐਂਡ ਫੋਕਸ। ਇੰਨੇ ਵੀ ਸੇਮ ਮੈਕਰੋਸਕੋਪਿਕ ਪ੍ਰੋਟੀਨੋਇਡ ਬੋਡੀਜ਼ ਬਣਾਈਆਂ ਸੀ ਜਿਸ ਨੂੰ ਨਾਮ ਦਿਆ ਸੀ ਮਾਈਕਰੋਸਪੀਅਰ। ਮਾਈਕਰੋਸਪੀਅਰ ਔਰ ਇਸ ਦੇ ਵਿੱਚ ਲਿਪਿਡ ਦੀ ਕੋਡ ਪ੍ਰੈਜ਼ੈਂਟ ਸੀ। ਜਿਹੜਾ ਸਿਡਨੀ ਐਂਡ ਫੋਕਸ ਨੇ ਕਰਿਆ ਸੀ ਉਸਨੇ ਮਾਈਕਰੋਸਕੋਪਿਕ ਪ੍ਰੋਟੀਨੋਇਡ ਬੋਡੀਜ਼ ਬਣਾਈਆਂ ਸੀ। ਉਹ ਵੀ ਇੱਕ ਸਿਮਿਲਰ ਸਟਰਕਚਰ ਸੀ, ਲੇਕਿਨ ਉਸ ਦੇ ਵਿੱਚ ਕਿਸੇ ਲਿਪਿਡ ਲੇਅਰ ਜਿਹੜੀ ਸੀ, ਲਿਪਿਡ ਕੋਰ ਦੀ ਫੋਰਮੇਸ਼ਨ ਸੀ, ਜਿਸ ਨੂੰ ਉਸਨੇ ਨਾਮ ਦਿਆ ਸੀ ਮਾਈਕਰੋਸਪੀਅਰ। ਇਹ ਨਾਮ ਰੱਖ ਲੈਣੇ ਇੰਪੋਰਟੈਂਟ। ਓਪੇਰਨ ਵਾਲਾ ਤਾਂ ਆ ਹੀ ਜਾਂਦਾ ਅਕਸਰ ਹੀ, ਕੋਸਰਵੇਟਸ
ਜਿਹੜਾ ਪੇਰੈਂਟ ਨੇ ਲੈਬੋਰਟਰੀ ਦੇ ਵਿੱਚ ਕਰਿਆ ਤਾਂ ਉਹ ਕਿਹੜੇ ਵਾਲਾ ਸੀਗਾ, ਫੋਸਰਵੇਟਸ। ਹੁਣ ਤੱਕ ਆਪਣੇ ਕੋਲ ਜਿਹੜੀ ਹੈ ਬਾਇਓਲੋਜੀਕਲ ਐਵੋਲੂਸ਼ਨ ਦੇ ਵਿੱਚ ਪ੍ਰੋਟੋਪਾਇੰਟਸ ਬਣ ਗਏ। ਪ੍ਰੋਟੋਪਾਇੰਟਸ ਬਣੇ ਜੋ ਮੈਕਰੋਮੋਲੀਕਿਊਲ ਸੀ, ਮੈਕਰੋਮੋਲੀਕਿਊਲਸ ਨੂੰ ਆਪਣੇ ਆਪ ਨੂੰ ਕਿਤੇ 'ਚ ਚੇਂਜ ਕਰਿਆ, ਜਿਹੜੇ ਮੈਕਰੋਮੋਲੀਕਿਊਲ ਸੀ, ਮੈਕਰੋਮੋਲੀਕਿਊਲਸ ਨੇ ਇੱਕ ਕਲਸਟਰ ਜਾਂ ਕਲਾਈਡਲ ਡ੍ਰੌਪ 'ਚ ਚੇਂਜ ਹੋ ਗਿਆ, ਕਲੋਡੀਅਲ ਡ੍ਰੌਪ। ਔਰ ਇਸ ਕਲੋਡੀਅਲ ਡ੍ਰੌਪ ਨੂੰ ਕੀ ਨਾਮ ਦੇ ਦਿੱਤਾ, ਪ੍ਰੋਟੋਬਾਇੰਟ। अब प्रोटोबायंट्स ਜਿਹੜੇ ਆ ਇਹਦੇ 'ਚ ਹੋਏਗਾ ਕਿ ਸਾਰੇ ਦੇ ਸਾਰੇ ਪ੍ਰੋਟੀਨਸ, ਲਿਪਿਡਸ, ਜੋ ਵੀ essential ਮੈਕਰੋਮੋਲੀਕਿਊਲ ਹੁੰਦੇ ਇੱਕ ਸੈੱਲ ਫਾਰਮੇਸ਼ਨ ਲਈ, ਉਹ ਸਾਰੇ ਦੇ ਸਾਰੇ ਇਸ ਕੋਲਾਇਡਲ ਡ੍ਰੌਪ ਦੇ ਵਿੱਚ ਪ੍ਰੈਜ਼ੈਂਟ ਸੀ। ਨੈਕਸਟ ਆਪਣੇ ਕੋਲ ਰੀਜਨ ਆਫ ਪ੍ਰੋਟੋਸੈਲ। ਸੈਕੰਡ ਜਿਹੜੀ ਬਾਇਓਲੋਜੀਕਲ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਐਵੋਲੂਸ਼ਨ ਦੀ, ਉਸ ਦੇ ਵਿੱਚ ਸੈਕੰਡ ਵਾਲਾ ਜਿਹੜਾ ਸੀ ਉਹ ਰੀਜਨ ਆਫ ਪ੍ਰੋਟੋਸੈਲ ਸੀ। ਪ੍ਰੋਟੋਸੈਲ ਜਿਹੜੇ ਇਹਦੇ 'ਚ ਕੀ ਸੀ, ਨਿਊਕਲਿਕ ਐਸਿਡ ਜਿਹੜਾ ਸੀ ਜੋ ਆਪਾਂ ਉੱਪਰ ਕਰਕੇ ਆਏ ਆ, ਪ੍ਰੋਟੋਬਾਇੰਟਸ। ਪ੍ਰੋਟੋਬਾਇੰਟਸ ਦੇ ਵਿੱਚ ਜਿਹੜਾ ਨਿਊਕਲਿਕ ਐਸਿਡ ਸੀ, ਨਿਊਕਲਿਕ ਐਸਿਡ, ਨਿਊਕਲਿਕ ਐਸਿਡ ਕੀ ਹੈ, ਉਸਦੇ ਲਾਈਟ ਹਾਈ ਟੈਂਪਰੇਚਰ ਕਰਕੇ ਕੀ ਹੋਇਆਗਾ, ਅਬਿਲਿਟੀ ਆ ਗਈ ਡੁਪਲੀਕੇਸ਼ਨ ਕਰਨ ਦੀ। ਨਿਊਕਲਿਕ ਐਸਿਡ ਡਿਵੈਲਪ ਦੀ ਅਬਿਲਿਟੀ ਡਿਊ ਟੂ ਚੇਂਜ ਇਨ ਮਿਊਟੇਸ਼ਨ। ਇਹਦੇ ਵਿੱਚ ਕੀ ਹੋਇਆ, ਮਿਊਟੇਸ਼ਨ ਹੋਈ। ਮਿਊਟੇਸ਼ਨ ਕਹਿ ਸਕਦੇ ਆ ਇਸਦੇ ਨਿਊਕਲਿਕ ਐਸਿਡ ਫਾਰਮ ਕਿੱਥੋਂ ਹੁੰਦਾ, ਨਿਊਕਲਿਕ ਐਸਿਡ ਦੀ ਗੱਲ ਕਰ ਰਹੇ ਤੇ RNA ਔਰ DNA, ਇਹ ਦੋ ਤਰ੍ਹਾਂ ਦੇ ਆਪਣੇ ਕੋਲ ਕਿਹੜੇ ਹੁੰਦੇ ਨਿਊਕਲਿਕ ਐਸਿਡ। ਲੇਕਿਨ ਅਜੇ ਤੱਕ DNA ਫਾਰਮ ਨਹੀਂ ਹੋਇਆ ਸੀ, ਉਸ ਵਕਤ ਆਪਣੇ ਕੋਲ ਕਿਹੜੇ ਵਾਲਾ ਸੀ, ਇਕੱਲਾ RNA ਹੀ ਨਿਊਕਲਿਕ ਐਸਿਡ ਸੀ। ਤਾਂ RNA ਦੇ ਵਿੱਚ ਕੁਝ ਐਦਾਂ ਦੀ ਮਿਊਟੇਸ਼ਨ ਹੋਈਆਂ ਕਿ ਉਸਨੇ ਕੀ ਕਰਤਾ, ਉਸਨੇ ਆਪਣੇ ਰੈਪਲੀਕੇਟ ਕਰਨਾ ਸ਼ੁਰੂ ਕਰਤਾ, ਰੈਪਲੀਕੇਸ਼ਨ। ਤੇ ਰੈਪਲੀਕੇਸ਼ਨ ਇੱਕ ਤਰ੍ਹਾਂ ਦੀ ਜਿਹੜੀ ਪ੍ਰੋਪਰਟੀ ਹੁੰਦੀ ਹੈ ਉਹ ਕਿਹਦੀ ਹੁੰਦੀ ਹੈ, ਲਿਵਿੰਗ ਥਿੰਗ ਦੀ। ਰੈਪਲੀਕੇਸ਼ਨ ਦੀ ਪ੍ਰੋਪਰਟੀ ਕਿਹਦੇ ਹੁੰਦੀ ਹੈ, ਲਿਵਿੰਗ ਥਿੰਗਸ ਜਿਹੜੀਆਂ ਹੁੰਦੀਆਂ ਉਹ ਰੈਪਲੀਕੇਟ ਕਰਦੀਆਂ, ਜਿਹੜੇ ਨॉन ਲਿਵਿੰਗ ਹੈ ਉਹ ਨਹੀਂ ਕਰਦੀਆਂ। ਤਾਂ ਇੱਥੋਂ ਲਾਈਫ ਦਾ ਥੋੜੀ ਥੋੜੀ ਹੋਂਦ ਹੋਣੀ ਸ਼ੁਰੂ ਹੋ ਗਈ। ਤਾਂ ਨੈਕਸਟ ਆਪਣੇ ਕੋਲ ਨਿਊਕਲਿਕ ਐਸਿਡ ਤੇ ਪ੍ਰੋਟੀਨ ਦੋਨੋਂ ਚੀਜ਼ਾਂ, ਨਿਊਕਲਿਕ ਐਸਿਡ ਦੇ ਵਿੱਚ ਪ੍ਰੋਪਰਟੀ ਆ ਗਈ ਹੈ ਡੁਪਲੀਕੇਸ਼ਨ ਦੀ, ਸੈਲਫ ਡੁਪਲੀकेशन, ਆਪਣੀਆਂ ਇੱਕ ਤੋਂ ਜ਼ਿਆਦਾ ਕਾਪੀਜ਼ ਤਿਆਰ ਕਰਨੀਆਂ। और न्यूक्लिक एसिड प्लस प्रोटीन दोनों ने मिलकर की बना लिया, न्यूक्लियोप्रोटीन बनाया। न्यूक्लियोप्रोटीन फर्स्ट साइन से लाइफ का, अगर पूछ लेना फर्स्ट साइन ਕਿਹੜੇ ਵਾਲੇ ਸੀਗੇ ਜਿਹੜੇ ਲਾਈਫ ਐਗਜ਼ਿਸਟੈਂਸ ਦੇ, ਤਾਂ ਉਹ ਕਿਹੜੇ ਵਾਲੇ ਸੀਗੇ, ਨਿਊਕਲੀਓਪ੍ਰੋਟੀਨ। ਕਿਉਂਕਿ ਪ੍ਰੋਟੋਬਾਇੰਟ ਫਿਲਹਾਲ ਉਦੋਂ ਤੱਕ ਕੋਈ ਲਾਈਫ ਦੀ ਐਗਜ਼ਿਸਟੈਂਸ ਨਹੀਂ ਸੀ, ਕੋਈ ਅਜੇ ਤੱਕ ਕੋਈ ਰੈਪਲੀਕੇਸ਼ਨ ਹੋਣ ਦਾ ਕੋਈ ਫਿਨੋਮੀਨਾ ਨਹੀਂ ਸੀਗਾ ਕਿਸੇ ਕੋਲੋਂ ਵੀ। ਲੇਕਿਨ ਸਭ ਤੋਂ ਪਹਿਲਾਂ RNA ਜਾਂ ਨਿਊਕਲਿਕ ਐਸਿਡ ਸੀ, ਉਸਨੇ ਡਿਵੈਲਪ ਕਰਿਆ ਅਬਿਲਿਟੀ ਸੈਲਫ ਡੁਪਲੀਕੇਸ਼ਨ ਦੀ। ਨਿਊਕਲਿਕ ਐਸਿਡ ਤੇ ਪ੍ਰੋਟੀਨ ਦੋਨੋਂ ਕੰਬਾਈਨ ਹੋ ਕੇ ਕੀ ਬਣਾਇਆ ਇਹਨਾਂ ਨੇ, ਨਿਊਕਲੀਓਪ੍ਰੋਟੀਨ ਬਣਾਇਆ। ਹੁਣ ਨਿਊਕਲੀਓਪ੍ਰੋਟੀਨ ਤੋਂ ਬਾਅਦ ਵਿੱਚ ਆਪਣੇ ਕੋਲ ਨੈਕਸਟ ਜਿਹੜਾ ਹੈਗਾ, ਨਿਊਕਲੀਓਪ੍ਰੋਟੀਨ ਜਿਹੜੇ ਹੈਗੇ ਆ, cluster of nucleoproteins surrounded by lipid cell ਜਾਂ lipid ਕੋਡ ਜਿਹੜੇ ਹੈ, ਨਿਊਕਲਿਕ ਐਸਿਡ ਪਲਸ ਪ੍ਰੋਟੀਨ, ਇਹਨਾਂ ਨੇ ਮਿਲ ਕੇ ਕੀ ਬਣਾ ਲਿਆ, ਇਹਨਾਂ ਦੋਨੋਂ ਤੋਂ ਮਿਲ ਕੇ ਬਣਿਆ ਆਪਣੇ ਕੋਲ ਨਿਊਕਲੀਓਪ੍ਰੋਟੀਨ। ਨਿਊਕਲੀਓਪ੍ਰੋਟੀਨ। ਹੁਣ ਨਿਊਕਲੀਓਪ੍ਰੋਟੀਨ ਦੇ ਉੱਪਰ ਅਗਰ ਕੋਡ ਆ ਗਈ ਕਿਹਦੀ, ਲਿਪਿਡ ਦੀ। ਆ ਜਿਹੜੀ ਉੱਪਰ ਵਾਲੀ ਕੋਡ ਹੈਗੀ ਹੈ ਇਹ ਕਿਹਦੀ ਹੈ, ਲਿਪਿਡ ਕੋਡ। ਔਰ ਲਿਪਿਡ ਕੋਡ ਉੱਪਰ ਆ ਗਈ ਨਿਊਕਲੀਓਪ੍ਰੋਟੀਨ ਦੇ ਉੱਪਰ, ਤਾਂ ਇਹ ਜਿਹੜੀ ਫਾਰਮੇਸ਼ਨ ਹੋਈ ਹੈ ਇਸਨੂੰ ਆਪਾਂ ਕਹਿੰਦੇ ਆ ਪ੍ਰੋਟੋਸੈਲ। ਔਰ ਪ੍ਰੋਟੋਸੈਲ ਕਿਹੜਾ, ਫਸਟ ਫਾਰਮ ਆਫ ਅ ਲਾਈਫ, ਜਿਹੜੀ ਲਾਈਫ ਦੀ ਫਸਟ ਫਾਰਮ ਹੋਈ ਸੀ ਉਹ ਕਿਹੜੀ ਫਾਰਮ ਦੇ ਵਿੱਚ ਹੋਈ ਹੈ, ਪ੍ਰੋਟੋਸੈਲ ਦੇ ਫਾਰਮ ਵਿੱਚ ਹੋਈ ਹੈ। ਫਸਟ ਫਾਰਮ ਆਫ ਲਾਈਫ ਕਿਹੜੀ ਵਾਲੀ ਹੈ, ਪ੍ਰੋਟੋਸੈਲ, ਜਿਹਦੇ 'ਚ ਕੀ ਹੈ ਨਿਊਕਲੀਓਪ੍ਰੋਟੀਨ, ਉੱਪਰ ਕਿਹਦੀ ਕੋਡ ਆਪਣੇ ਕੋਲ ਦੇ ਰੱਖੀ ਹੈ, ਲਿਪਿਡ ਦੀ। ਨਿਊਕਲੀਓਪ੍ਰੋਟੀਨ ਦੇ ਉੱਪਰ ਕੋਡ ਕਿਹਦੀ ਦੇ ਰੱਖੀ ਹੈ, ਲਿਪਿਡ ਦੀ। ਔਰ ਇਹ ਫਾਰਮ ਕੀ ਹੋ ਗਿਆ ਆਪਣੇ ਕੋਲ, ਆ ਜਿਹੜਾ ਨਿਊਕਲੀਓਪ੍ਰੋਟੀਨ ਔਰ ਉੱਪਰ ਲਿਪਿਡ ਹੈ, ਤਾਂ ਇਹ ਆਪਣੇ ਕੋਲ ਕੀ ਬਣ ਗਿਆ, ਪ੍ਰੋਟੋਸੈਲ।
ਸੈੱਲ। ਪ੍ਰੋਟੋਬਾਇੰਟ ਤੋਂ ਬਾਅਦ ਵਿੱਚ ਕਿਹੜੇ ਵਾਲੀ ਫੋਰਮੇਸ਼ਨ ਹੋਈ? ਪ੍ਰੋਟੋਸੈਲ ਦੀ। ਔਰ ਦਿਸ फर्स्ट नॉन सेलुलर फॉर्म ऑफ लाइफ, मतलब जे सेलुलर लेवल तक पहुंचा नहीं है, लेकिन एक केड़े वाला है फर्स्ट नॉन सेलुलर फॉर्म ऑफ लाइफ कुड हैव ओरिजिनेट 3 बिलियन ईयर्स अगो। 300 करोड़ साल पहला की गल कर रहे हैं, ये जो लाइफ फॉर्म हुई है अर्थ के उपर प्रोटोसैल, एक किन्ने पहला की गल है? 3 बिलियन ईयर्स अगो। ये थोड़ा याद जरूर रखना पेगा किन्ने समय पहला केड़ी वाली चीज हुई, जिद्दां बिग बैंग होया 20 बिलियन ईयर, अर्थ जदों आई है अर्थ वाला 4.5 बिलियन ईयर अगो। और नैक्सट अपने को है जो प्रोटोसैल हो रहा वो कदों होया? प्रोटोसैल 3 बिलियन ईयर अगो। और एवं ही अपने को जो फर्स्ट सैलुलर फॉर्म होएगी प्रोकैरियोट, जो सैल बनेगा अपने को प्रोकैरियोट, प्रोकैरियोट वो कितना है? 2 बिलियन ईयर अगो। जो फर्स्ट प्रोकैरियोटिक सैल बनया वो 2 बिलियन ईयर अगो, प्रोटोसैल है 3 बिलियन ईयर्स अगो, जो कि फर्स्ट लाइफ जी फॉर्म हुई है अर्थ के उपर वो हैगी सी प्रोटोसैल, जी कि नॉन सैलुलर फॉर्म सी। पूछ सकते नॉन सैलुलर फर्स्ट फॉर्म ऑफ ए लाइफ जो कि है नॉन सैलुलर फॉर्म के है, तो उसनों आप कहांगे प्रोटोसैल, और कदों बनी है? 3 बिलियन ईयर्स अगो। और ये प्रोटोसैल के जीन मॉलिक्यूल किहड़े वाले आ? RNA, प्रोटीन, पॉलीसेकेराइड है, किहड़े वाले है? RNA, प्रोटीन, पॉलीसेकेराइड। और एक एल्टमन ने 1980 ਦੇ डिस्कवर करा सी कि RNA मॉलिक्यूल ਜਿਹੜਾ ਇਹ RNA वर्ल्ड ਕਹਿੰਦੇ ਸੀ ਆਪਾਂ ਉਸ ਵਕਤ ਕੀ ਹੈ ਜਦੋਂ DNA ਨਹੀਂ ਸੀ, DNA ਦੀ ਐਬਸੈਂਸ ਸੀ, DNA ਦੀ ਐਬਸੈਂਸ ਸੀ ਤਾਂ RNA ਕੰਮ ਕੀ ਕਰ ਰਿਹਾ ਸੀ? ਰੈਪਲੀਕੇਸ਼ਨ ਦਾ ਵੀ, ਰੈਪਲੀਕੇਸ਼ਨ, ਪ੍ਰੋਟੀਨ ਸਿੰਥਸਿਸ, ਪ੍ਰੋਟੀਨ ਸਿੰਥਸਿਸ। ਜੋ DNA ਨੇ ਕੰਮ ਕਰਨੇ ਸੀ ਉਹ ਕੌਣ ਕਰ ਰਿਹਾ ਸੀਗਾ? RNA। ਜਦੋਂ ਕੀ ਹੋ ਰਿਹਾ ਸੀ ਐਵੋਲੂਸ਼ਨ ਦਾ ਟਾਈਮ ਸੀਗਾ, ਜੋ ਪਰਮਿਟਿਵ ਅਰਥ ਸੀ, ਤਾਂ ਉਸ ਵਕਤ DNA ਦੀ ਐਬਸੈਂਸ ਵਿੱਚ ਸਾਰੇ ਦੇ ਸਾਰੇ ਕੰਮ ਕੌਣ ਕਰ ਰਿਹਾ ਸੀ? ਕਿਉਂਕਿ RNA ਮੋਲੀਕੂਲ ਹੀ ਪਹਿਲਾਂ ਐਗਜ਼ਿਸਟੈਂਸ ਦਾ ਆਇਆ DNA ਦੇ ਕੰਪੈਰੀਟਿਵਲੀ, ਤਾਂ RNA ਮੋਲੀਕੂਲ ਸੈਲਫ ਰੈਪਲੀਕੇਟ ਵੀ ਕਰ ਰਿਹਾ ਸੀ, ਪ੍ਰੋਟੀਨ ਸਿੰਥਸਿਸ ਵੀ ਕਰ ਰਿਹਾ ਸੀ, ਔਰ ਇਹ ਐਂਜ਼ਾਈਮ ਦਾ ਵੀ ਕੰਮ ਕਰ ਰਿਹਾ ਸੀ। ਸਮ RNA ਜਿਹੜੇ ਹੈਗੇ ਆ ਉਹ ਐਂਜ਼ਾਈਮ ਦਾ ਵੀ ਕੰਮ ਕਰ ਰਹੇ ਸੀ, ਐਂਜ਼ਾਈਮ। ਤਾਂ ਉਸ ਵਕਤ ਆਪਾਂ RNA ਨੂੰ ਕਿਹਾ ਜੋ ਉਸ ਵਕਤ ਦਾ ਜੋ ਸਾਰਾ ਸਿਸਟਮ ਚੱਲ ਰਿਹਾ ਸੀ ਅਰਥ ਦੇ ਉੱਪਰ ਉਸਨੂੰ ਕਹਿੰਦੇ ਸੀ RNA ਵਰਲਡ। ਕੀ ਕਹਿੰਦੇ ਸੀਗੇ? RNA ਵਰਲਡ। ਔਰ ਇਹ ਸਭ ਕੁਝ ਕਿਹਦੇ ਜ਼ਰੀਏ ਚੱਲ ਰਿਹਾ ਸੀ? RNA ਦੇ ਹੀ ਜ਼ਰੀਏ ਚੱਲ ਰਿਹਾ ਸੀ। ਔਰ RNA ਇੱਕ ਐਦਾਂ ਦਾ ਸੀ, RNA ਜੋ ਐਂਜ਼ਾਈਮੈਟਿਕ ਐਕਟੀਵਿਟੀ ਕਰਦਾ, ਐਂਜ਼ਾਈਮੈਟਿਕ ਐਕਟੀਵਿਟੀਜ਼ ਕਰਦਾ, ਉਸ ਨੂੰ ਆਪਾਂ ਕਹਿੰਦੇ ਆ ਰਾਈਜ਼ੋਜ਼ਾਈਮ। ਰਾਈਜ਼ੋਜ਼ਾਈਮ ਆਪਾਂ ਆਲਰੇਡੀ ਪੜ੍ਹ ਕੇ ਆਏ ਹਾਂ ਸੈਲ ਚੈਪਟਰ ਦੇ ਵਿੱਚ, ਸੋਰੀ ਰੈਬੋਜ਼ਾਈਮ, ਰੈਬੋਜ਼ਾਈਮ ਜਿਹੜਾ RNA ਹੈ ਜਿਹੜਾ ਕੀ ਕਰ ਰਿਹਾ ਐਂਜ਼ਾਈਮੈਟਿਕ ਐਕਟੀਵਿਟੀ ਕਰਦਾ, ਤਾਂ ਉਸਨੂੰ ਆਪਾਂ ਰੈਬੋਜ਼ਾਈਮ ਕਹਿੰਦੇ ਹਾਂ। ਰੈਬੋਜ਼ਾਈਮ ਅੱਗੇ ਆਪਾਂ ਜੈਨੇਟਿਕ 1 ਤੇ ਜੈਨੇਟਿਕ 2 ਚੈਪਟਰ ਆਉਣਗੇ, ਉੱਥੇ ਆਪਾਂ ਦੇਖਾਂਗੇ ਕਿ ਰੈਬੋਜ਼ਾਈਮ ਕਿੰਨੇ ਤਰ੍ਹਾਂ ਦੇ ਆ ਔਰ ਕਿਵੇਂ ਕਿਵੇਂ ਕੰਮ ਕਰਦੇ ਆ। ਹੁਣ ਤੱਕ ਆਪਣਾ ਜੋ ਕਲੀਅਰ ਹੋ ਗਿਆ ਪ੍ਰੋਟੋਸੈਲ ਤੱਕ ਹੈ। ਨੈਕਸਟ ਆਪਣੇ ਕੋਲ ਜੋ ਲਾਈਫ ਫਾਰਮ ਹੋਈ ਹੈ ਉਹ ਹੈ ਪ੍ਰੋਟੋਸੈਲ। ਪ੍ਰੋਕੈਰੀਓਟ, origin of first cellular form। ਇਹ ਪੁੱਛ ਸਕਦੇ ਆ ਕਿ ਫਸਟ ਨॉन ਸੈਲੂਲਰ ਫਾਰਮ ਜਿਹੜੀ ਲਾਈਫ ਦੇ ਐਗਜ਼ਿਸਟ ਕਰੀ ਉਹ ਕਿਹੜੇ ਵਾਲੀ ਸੀ? ਪ੍ਰੋਟੋਸੈਲ। ਫਸਟ ਨॉन ਸੈਲੂਲਰ ਫਾਰਮ ਆਫ ਲਾਈਫ ਕੀ ਬਣੀ ਸੀ? ਪ੍ਰੋਟੋਸੈਲ। ਔਰ फर्स्ट सैलुलर फॉर्म जो क्रिएट हुई वो केड़ी वाली है? प्रोकैरियोट। नॉन सैलुलर पूछन तो अपने को प्रोटोसैल, अगर अपने को सैलुलर पूछन तो प्रोकैरियोट।
तो जो ਉੱਪਰ ਵਾਲਾ ਪ੍ਰੋਟੋਸੈਲ ਸੀ, ਪ੍ਰੋਟੋਸੈਲ ਦੇ ਵਿੱਚ ਕੀ ਹੋਇਆ, ਪ੍ਰੋਟੋਸੈਲ ਦੇ ਵਿੱਚ ਹੋਈਆਂ ਮਿਊਟੇਸ਼ਨ। ਮਿਊਟੇਸ਼ਨ ਹੁੰਦਾ ਉਸਦੇ ਜੋ ਨਿਊਕਲਿਕ ਐਸਿਡ ਹੈ ਜਾਂ ਕੁਝ ਇੱਦਾਂ ਦੀਆਂ ਮਿਊਟੇਸ਼ਨਸ ਹੋ ਜਾਂਦੀਆਂ, ਉਹ ਯੂਵੀ ਰੇਜ਼ ਕਰਕੇ ਵੀ ਹੋ ਸਕਦੀਆਂ, ਕਿਉਂਕਿ ਐਟਮੋਸਫੇਅਰ ਤਾਂ ਪ੍ਰੈਜ਼ੈਂਟ ਨਹੀਂ ਸੀ ਉਦੋਂ ਤੱਕ, ਨਾ ਹੀ ਆਕਸੀਜਨ ਤੇ ਐਗਜ਼ਿਸਟੈਂਸ ਦਿੱਤੀ। ਜਦੋਂ ਐਟਮੋਸਫੇਅਰ ਨਹੀਂ ਸੀ, ਯੂਵੀ ਰੇਜ਼ ਅਰਥ ਤੇ ਡਾਇਰੈਕਟ ਫਾਲ ਕਰ ਰਹੀਆਂ ਸੀ, ਤਾਂ ਪ੍ਰੋਟੋਸੈਲ ਦੇ ਵਿੱਚ ਹੋਈਆਂ ਮਿਊਟੇਸ਼ਨਸ, ਔਰ ਇਹ ਕੀ ਹੋ ਗਿਆ, ਮੋਰ ਕੰਪਲੈਕਸ ਹੋ ਗਿਆ, ਮੋਰ ਕੰਪਲੈਕਸ। ਔਰ ਇਹਦੇ ਚ ਐਫੀਸ਼ੀਐਂਸੀ ਹੋਗੀ, ਐਫੀਸ਼ੀਐਂਸੀ ਕੀ ਆਏਗੀ ਕਿ ਜਿੰਨੇ ਵੀ ਇਹਦੇ ਪ੍ਰੋਟੋਸੈਲ ਦੇ ਅਰਾਊਂਡ ਜਿਹੜੇ ਮਟੀਰੀਅਲ ਆ, ਪ੍ਰੋਟੋਸੈਲ ਦੇ ਵਿੱਚ ਜਦੋਂ ਮਿਊਟੇਸ਼ਨ ਹੋਈ ਔਰ ਇਹਦੇ ਸਰਾਊਂਡਿੰਗ ਦੇ ਵਿੱਚ ਜਿੰਨੇ ਵੀ ਮਟੀਰੀਅਲ ਹੈਗੇ ਆ, ਇਸਨੇ ਕੀ ਕਰਿਆ, ਉਸਨੂੰ ਅਬਜ਼ੌਰਬ ਕਰਨਾ ਸ਼ੁਰੂ ਕਰ ਲਿਆ, ਉਸਨੇ ਯੂਟੀਲਾਈਜ਼ ਕਰਨਾ ਸ਼ੁਰੂ ਕਰ ਲਿਆ। ਜਦੋਂ ਯੂਟੀਲਾਈਜ਼ ਕਰਿਆ ਤਾਂ ਇਹ ਕੀ ਕਰਨਾ ਸ਼ੁਰੂ ਕਰ ਗਿਆ, ਗਰੋ ਅਪ ਕਰਨਾ ਸ਼ੁਰੂ ਕਰ, ਇਹਨੇ ਕੀ ਕਰਨਾ ਸ਼ੁਰੂ ਕਰਤਾ, ਗਰੋ, ਨੇ ਗਰੋਥ ਸ਼ੁਰੂ ਕਰਤੀ ਆਪਣੀ। ਜਦੋਂ ਗਰੋਥ ਹੋਈ ਤਾਂ ਇਹ ਕੀ ਹੋ ਗਿਆ, ਇਸਨੇ ਇੱਕ, ਇਹ ਅਗਰ ਗਰੋਥ ਕਰਨਾ ਸ਼ੁਰੂ ਕਰ ਗਿਆ ਤਾਂ ਉਸ ਚੀਜ਼ ਨੂੰ ਇਹ ਕਿਹਦੇ ਚ ਚੇਂਜ ਹੋ ਗਿਆ, ਉਸ ਤੋਂ ਬਾਅਦ ਵਿੱਚ ਪ੍ਰੋਕਾਰੀਓਟਿਕ ਸੈੱਲ ਦੇ, ਪ੍ਰੋਕਾਰੀਓਟਿਕ ਸੈੱਲ, ਕਿਉਂਕਿ ਇਸਨੇ ਆਪਣੇ ਸਰਾਊਂਡਿੰਗ ਦੇ ਵਿੱਚੋਂ ਸਾਰੇ ਜੋ ਵੀ ਮਟੀਰੀਅਲ ਸੀਗਾ ਉਸ ਨੂੰ ਕੀ ਕਰਿਆ, ਅਬਜ਼ੌਰਬ ਕਰਨਾ ਸ਼ੁਰੂ ਕਰਤਾ, ਉਸ ਨੂੰ ਯੂਜ਼ ਕਰਨਾ ਸ਼ੁਰੂ ਕਰਤਾ। ਜਦੋਂ ਇਸਨੇ ਯੂਜ਼ ਕਰਨਾ ਸ਼ੁਰੂ ਕਰਿਆ ਔਰ ਇਸਨੇ ਆਪਣੀ ਗਰੋਥ ਕਰਨੀ ਸ਼ੁਰੂ ਕਰਤੀ, ਔਰ ਇਹ ਇੱਦਾਂ ਦਾ ਇਵੋਲਵਡ ਹੋ ਗਿਆ ਕਿਹਦੇ 'ਚ, ਪ੍ਰੋਕੈਰੀਓਟਿਕ ਸੈੱਲ ਦੇ ਵਿੱਚ। ਪ੍ਰੋਟੋਸੈਲ ਤੋਂ ਮਿਊਟੇਸ਼ਨ ਹੋਈਆਂ, ਮਿਊਟੇਸ਼ਨ ਹੋਣ ਕਰਕੇ ਇਹਦੇ ਜੋ ਹੋਰ ਸਟਰਕਚਰ ਕੰਪਲੈਕਸ ਹੋ ਗਈ, ਇਸਨੇ ਮਟੀਰੀਅਲ ਕੀ ਕਰਿਆ, ਸਰਾਊਂਡਿੰਗ ਤੋਂ ਯੂਜ਼ ਕਰਨਾ ਸ਼ੁਰੂ ਕਰਤਾ, ਔਰ ਇਹ ਜਿਹੜਾ ਸੀਗਾ ਇਹ ਕਿਹਦੇ 'ਚ ਚੇਂਜ ਹੋ ਗਿਆ, ਪ੍ਰੋਕੈਰੀਓਟਿਕ ਸੈੱਲ ਦੇ ਵਿੱਚ ਹੋ ਗਿਆ। ਹੁਣ ਨੈਕਸਟ ਆਪਾਂ ਡਿਸਕਸ ਕਰਦੇ ਹਾਂ, ਫਸਟ ਜਿਹੜੀ ਸੈਲਰ ਫਾਰਮ ਹੋਈ ਹੈ ਕਿੰਨੀ ਹੈਗੀ, 2 ਬਿਲੀਅਨ ਈਅਰਸ ਅਗੋ, 2 ਬਿਲੀਅਨ, 2000 ਮਿਲੀਅਨ ਕਹਿ ਲਓ ਜਾਂ 2 ਬਿਲੀਅਨ ਈਅਰਸ ਅਗੋ, ਸੇਮ ਥਿੰਗ ਹੈ ਦੋਨੋਂ, 2 ਬਿਲੀਅਨ ਈਅਰ ਅਗੋ ਵੀ ਕਹਿ ਸਕਦੇ ਹਾਂ ਔਰ ਆਪਾਂ 2000 ਮਿਲੀਅਨ ਈਅਰ ਵੀ ਕਹਿ ਸਕਦੇ ਹਾਂ। ਔਰ ਜੋ ਫਸਟ ਪ੍ਰੋਕੈਰੀਓਟਿਕ ਸੈੱਲ ਹੋਇਆ, ਇਸ ਦੇ ਵਿੱਚ ਜਿਹੜਾ ਡੀਐਨਏ ਸੀ ਉਹ ਕੀ ਸੀਗਾ, ਨੇਕਡ ਸੀਗਾ, ਨੇਕਡ ਡੀਐਨਏ ਸੀ, ਕਿਉਂਕਿ ਨਿਊਕਲੀਅਸ ਇਨਵੋਲਵ ਆਇਆ ਨਹੀਂ। ਤਾਂ ਆਪਾਂ ਨੂੰ ਇਹ ਵੀ ਪਤਾ ਕਿ ਜਿਹੜਾ ਪ੍ਰੋਕੈਰੀਓਟ ਹੈਗਾ ਉਸ ਦੇ ਵਿੱਚ ਜਿਹੜਾ ਡੀਐਨਏ ਹੁੰਦਾ ਉਹ ਇੱਦਾਂ ਹੀ ਪਿਆ ਹੁੰਦਾ, ਨਿਊਕਲੀਅਰ ਇਨਵੋਲਵ ਨਹੀਂ ਹੁੰਦਾ। ਤਾਂ ਇਹ ਸਿੰਗਲ ਫਸਟ ਲਿਵਿੰਗ ਬੀਇੰਗ were single celled bacteria like prokaryote with naked DNA, ਨਿਊਕਲੀਅਸ ਇਨਵੋਲਵ ਐਬਸੈਂਟ ਹੁੰਦਾ। ਤਾਂ ਸਭ ਤੋਂ ਪਹਿਲਾਂ ਜੋ ਆਪਣੇ ਕੋਲ ਬੈਕਟੀਰੀਆ ਵੀ ਬਹੁਤ ਤਰ੍ਹਾਂ ਦੇ, ਤੇ ਸਭ ਤੋਂ ਪਹਿਲਾਂ ਜਿਹੜੇ ਬੈਕਟੀਰੀਆ ਪ੍ਰੋਡਿਊਸ ਹੋਏ ਸੀ ਜਾਂ ਪ੍ਰੋਕੈਰੀਓਟ ਹੋਏ ਸੀ ਉਹ ਕਿਹੜੇ ਸੀ, ਕੀਮੋ ਹੈਟਰੋਟ੍ਰੋਪ। ਕੀਮੋ ਇਸ ਲਈ ਕਿਹਾ ਕਿਉਂਕਿ ਉਹ ਕੈਮੀਕਲ ਜਿਹੜੇ ਸੋਰਸ ਸੀ ਉਹਨਾਂ ਦਾ એનર્ਜੀ ਯੂਜ਼ ਪ੍ਰੋਡਿਊਸ ਕਰਨ ਦਾ, ਉਹ ਕਿਹੜੇ ਵਾਲਾ ਸੀ, ਕੈਮੀਕਲਸ ਤੋਂ ਕਰ ਰਿਹਾ ਸੀ, ਕੈਮੀਕਲੀ ਉਹ ਕੀ ਕਰ ਰਿਹਾ ਸੀਗਾ, ਕੈਮੀਕਲ ਸਬਸਟੈਂਸ ਤੋਂ ਆਪਣਾ ਸਾਰਾ ਚੀਜ਼ ਚਲਾ ਰਿਹਾ ਸੀ। ਕੈਮੀਕਲ ਸਬਸਟੈਂਸ ਉਹਨੂੰ ਚਾਹੀਦੇ ਸੀ, ਰਿਕਵਾਇਰ ਸੀ ਉਸ ਨੂੰ ਗਰੋ ਕਰਨ। ਤਾਂ ਸੈਕੰਡ ਕੀਮੋ ਆਟੋਟ੍ਰੋਪਸ, ਕੀਮੋ ਆਟੋਟ੍ਰੋਪਸ ਦਾ ਇਹ ਹੋ ਗਿਆ ਕਿ ਹੈਗਾ ਤਾਂ ਕੈਮੀਕਲ ਹੈ ਲੇਕਿਨ ਉਹ ਕੀ ਕਰ ਰਿਹਾ ਸੀ, ਆਪਣੇ ਆਪ ਤੋਂ ਉਹ ਚੀਜ਼ਾਂ ਨੂੰ ਹੁਣ ਪ੍ਰੋਡਿਊਸ ਕਰਨਾ ਸ਼ੁਰੂ ਕਰਤਾ ਉਸਨੇ, ਜਿਹੜੀ ਵੀ ਚੀਜ਼ ਉਸਨੂੰ ਨੈਸੈਸਿਟੀ ਸੀ। ਆਟੋਟ੍ਰੋਪਸ ਕੀ ਹੈ ਕਿ ਕਿਸੇ ਹੋਰ ਦੀ ਸਹਾਇਤਾ ਉਹਨੂੰ ਨਹੀਂ ਲੈਣੀ ਪੈ ਰਹੀ। ਆਟੋਟ੍ਰੋਪਸ ਤੋਂ ਮੀਨਿੰਗ ਹੈ ਕਿ ਸੈਲਫ ਡਿਪੈਂਡੈਂਟ ਹੋ ਗਿਆ, ਸੈਲਫ ਡਿਪੈਂਡੈਂਟ, ਸੈਲਫ ਡਿਪੈਂਡੈਂਟ। ਆਟੋਟ੍ਰੋਪਸ ਤੋਂ ਮੀਨਿੰਗ ਇਹ ਹੈ ਕਿ ਉਹ ਸੈਲਫ ਡਿਪੈਂਡੈਂਟ ਹੋ ਕੇ ਕਿਸੇ ਤੋਂ ਡਿਪੈਂਡ ਨਹੀਂ ਕਰਨਾ ਪੈ ਰਿਹਾ। ਕੀਮੋ ਯੂਜ਼ ਫਿਲਹਾਲ ਉਹ ਕੀ ਕਰ ਰਿਹਾ, ਕੈਮੀਕਲ ਸਬਸਟੈਂਸ ਹੀ ਕਰ ਰਿਹਾ, ਕੈਮੀਕਲ ਸਬਸਟੈਂਸ। ਜਦੋਂ ਫਿਰ ਨੈਕਸਟ ਇਹਦੇ ਚ ਐਵੋਲੂਸ਼ਨ ਹੋਈ ਤਾਂ ਕੀ ਹੋ ਗਿਆ, ਫੋਟੋ ਆਟੋਟ੍ਰੋਪ ਚ ਚੇਂਜ ਹੋ ਗਿਆ। ਫੋਟੋ ਕੀ ਹੈ, ਇੱਥੇ ਇਹ ਫੋਟੋਸਿੰਥੇਸਿਸ ਕਰਨੀ ਸ਼ੁਰੂ ਕਰਤੀ, ਇੱਥੇ ਵੀ ਫੋਟੋਸਿੰਥੇਸਿਸ। ਆਟੋਟ੍ਰੋਪ ਤੋਂ ਕੀ ਮੀਨਿੰਗ ਹੈ ਕਿ ਇੱਥੇ ਇਹ ਆਟੋਟ੍ਰੋਪਸ ਕੀ ਆਪਣਾ ਜਿਹੜਾ ਸੈਲਫ ਡਿਪੈਂਡੈਂਟ ਹੋ ਚੁੱਕਿਆ। ਸੈਕਿੰਡ ਤੇ ਕੀ ਹੈਗਾ, ਫੋਟੋ, ਫੋਟੋ ਤੋਂ ਆਪਾਂ ਕੀ ਕਹਿ ਸਕਦੇ ਹਾਂ, ਇਸ ਦੇ ਵਿੱਚ ਇਦਾਂ ਦੇ ਪਿਗਮੈਂਟ ਇਵੋਲਵ ਹੋ ਗਈਆਂ ਜਿਹੜੀ ਲਾਈਟ એનર્ਜੀ ਨੂੰ ਕੈਮੀਕਲ 'ਚ ਚੇਂਜ ਕਰ ਰਹੀ ਹੈ। ਇੱਥੇ ਕੀ ਹੈ, ਲਾਈਟ એનર્ਜੀ ਨੂੰ ਕੈਮੀਕਲ એનર્ਜੀ ਦੇ ਵਿੱਚ ਕਨਵਰਟ ਕਰ ਰਿਹਾ। ਲਾਈਟ એનર્ਜੀ ਨੂੰ ਕੈਮੀਕਲ એનર્ਜੀ ਤੇ ਕਨਵਰਟ ਕਰ ਰਿਹਾ। ਇਟ ਮੀਨਸ ਕੀ ਕਰ ਰਿਹਾ, ਫੋਟੋਸਿੰਥੇਸਿਸ ਸ਼ੋ ਕਰਦੇ ਪਏ, ਇੱਥੇ ਕੀ ਕਰ ਰਿਹਾ, ਫੋਟੋਸਿੰਥੇਸਿਸ।
फोटोसिंथेसिस कर रहे हैं लेकिन ऑक्सीजन प्रोड्यूस नहीं कर रहे, नो ऑक्सीजन प्रोडक्शन, नो ऑक्सीजन प्रोडक्शन। ਤਾਂ ਹਰ ਇੱਕ ਵਾਰੀ ਇਦਾਂ ਨਹੀਂ ਹੁੰਦਾ ਕਿ ਆਪਾਂ ਫੋਟੋਸਿੰਥੇਸਿਸ ਹੋਏ ਔਰ ਆਕਸੀਜਨ ਹੀ ਪ੍ਰੋਡਿਊਸ ਹੋਏ। ਇਦਾਂ ਦੇ ਬੈਕਟੀਰੀਆ ਜੋ ਫੋਟੋਸਿੰਥੇਸਿਸ ਤਾਂ ਸ਼ੋ ਕਰਦੇ ਆ ਲੇਕਿਨ ਉਹ ਆਕਸੀਜਨ ਨਹੀਂ ਪ੍ਰੋਡਿਊਸ ਕਰਦੇ, ਇਸ ਲਈ ਨੋਨ ਆਕਸੀਜੈਨਿਕ ਜਿਹੜੇ ਹੈਗੇ ਆ ਫੋਟੋ ਆਟੋਟ੍ਰੋਫਸ ਜਿਹੜੇ ਬੈਕਟੀਰੀਆ ਪ੍ਰੋਡਿਊਸ ਹੋਏ ਸੀ, ਪਹਿਲਾਂ ਨੋਨ ਆਕਸੀਜੈਨਿਕ ਆਏ, ਉਸ ਤੋਂ ਬਾਅਦ ਆਕਸੀਜੈਨਿਕ ਆਏ। ਤਾਂ ਨੋਨ ਆਕਸੀਜੈਨਿਕ ਇਹ ਆਪਾਂ ਐਗਜ਼ਾਮਪਲ ਕਰਦੇ ਹਾਂ, ਇਹ ਆਪਣੇ ਕੋਲ ਕਿਹੜੇ ਵਾਲੇ ਹੈਗੇ ਸੀ, ਆਇਰਨ ਬੈਕਟੀਰੀਆ, ਨਾਈਟ੍ਰੀਨ ਪਾਈਂਗ ਬੈਕਟੀਰੀਆ, ਇਹ ਕਿਹੜੇ ਵਾਲੇ ਹੈਗੇ ਸੀ, ਇਹ ਆਪਣੇ ਕੋਲ ਹੈਗੇ ਸੀ नॉन ऑक्सीजेनिक। नॉन ऑक्सीजेनिक और ये है किहड़े सी कीमो ऑटोट्रोप्स, कीमो ऑटोट्रोप्स। और जो अपने को फोटोसिंथेसिस, फोटोसिंथेसिस कितने आई अपने को, जेडे फोटो ऑटोट्रोप्स है आ वाली कंडीशन जी थर्ड नंबर वाले फोटो ऑटोट्रोप्स उन्हें फोटोसिंथेसिस शुरू करती करनी, लेकिन ये की कर रहे थे वाटर नहीं यूज कर रहे थे, वाटर की जगह की कर रहे थे हाइड्रोजन सल्फाइड कर रहे थे, हाइड्रोजन सल्फाइड ਤਾਂ ਇੱਥੋਂ ਕੀ ਲੈ ਰਹੇ ਸੀ, ਹਾਈਡਰੋਜਨ ਦਾ ਸੋਰਸ ਲੈ ਰਹੇ ਸੀ। ਹਾਈਡਰੋਜਨ ਦਾ ਸੋਰਸ ਕਿਹੜੇ ਵਾਲਾ ਸੀ, ਹਾਈਡਰੋਜਨ ਸਲਫਾਈਡ ਤੋਂ ਕੀ ਲੈ ਰਹੇ ਸੀ ਉਹ, ਹਾਈਡਰੋਜਨ ਸਲਫਾਈਡ। ਔਰ ਹਾਈਡਰੋਜਨ ਸਲਫਾਈਡ ਜਦੋਂ ਲੈ ਰਹੇ ਤਾਂ ਇੱਥੋਂ ਕਿਸੇ ਵੀ ਤਰ੍ਹਾਂ ਦਾ ਇੱਥੋਂ ਸਲਫਰ ਹੀ ਪ੍ਰੋਡਿਊਸ ਹੋ ਸਕਦਾ, ਆਕਸੀਜਨ ਪ੍ਰੋਡਿਊਸ ਨਹੀਂ ਹੋਏਗਾ, ਕਿਉਂਕਿ ਉਹਨਾਂ ਜੋ ਯੂਟੀਲਾਈਜ਼ ਕਰ ਰਹੇ ਆ ਵਾਟਰ ਦੀ ਜਗ੍ਹਾ ਕੀ ਕਰ ਰਹੇ ਆ, H2S ਕਰ ਰਿਹਾ, ਵਾਟਰ ਨੂੰ ਯੂਟੀਲਾਈਜ਼ ਨਹੀਂ ਕਰ ਰਹੇ। ਜਿਹੜੇ ਫੋਟੋ ਆਟੋਟ੍ਰੋਪਸ ਆਏ ਆ ਜਿਹੜੇ ਨॉन ਆਕਸੀਜੈਨਿਕ ਆ, ਇਹ ਕਿਹਦੇ ਚ ਚੱਲ ਰਿਹਾ, ਨॉन ਆਕਸੀਜੈਨਿਕ। ਨॉन ਆਕਸੀਜੈਨਿਕ ਦੇ ਵਿੱਚ ਕੀ ਆ, ਵਾਟਰ ਨੂੰ ਦੀ ਜਗ੍ਹਾ ਕੀ ਲੈ ਰਹੇ ਆ ਉਹ, H2S ਲੈ ਰਹੇ, ਤੇ ਹਾਈਡਰੋਜਨ ਦਾ ਜਿਹੜਾ ਸੋਰਸ ਹੈ ਉਹ H2S ਹੈ, ਹਾਈਡਰੋਜਨ ਉੱਥੋਂ ਲੈ ਲੈਣਗੇ ਲੇਕਿਨ ਨਾਲ ਕੀ ਪ੍ਰੋਡਿਊਸ ਹੋਏਗਾ, ਸਲਫਰ ਪੈਦਾ ਹੋਏਗਾ। ਤਾਂ ਇਸ ਲਈ ਕੀ ਹੈ ਇਹ ਨॉन ਆਕਸੀਜੈਨਿਕ ਸੀ, ਤਾਂ ਇਸ ਨੂੰ ਕੀ ਕਹਤਾ ਆਪਾਂ, ਹੈਗੇ ਤੇ ਫੋਟੋ ਆਟੋਟ੍ਰੋਪਸ ਸੀ, ਫੋਟੋ ਆਟੋਟ੍ਰੋਪਸ, लेकिन ਕਿਹੜੇ ਵਾਲੇ, नॉन ऑक्सीजेनिक। ਤਾਂ ਇਸ ਦੀ ਐਗਜ਼ਾਮਪਲ ਕਿਹੜੇ ਵਾਲੀ ਹੈ, ਫੋਟੋਟ੍ਰੋਪਸ, ਫੋਟੋ ਆਟੋਟ੍ਰੋਪਸ, प्लैंक्टोनिक सल्फर बैक्टीरिया, प्लैंक्टोनिक सल्फर बैक्टीरिया पूछ सकते हैं। नॉन ऑक्सीजेनिक फोटोसिंथेटिक जो बैक्टीरिया किहड़े वाले, प्लैंक्टोनिक सल्फर बैक्टीरिया। अगर अपने को कीमोसिंथेसिस पूछ लें तो किहड़े वाले, आयरन बैक्टीरिया, नाइट्रीफाइंग बैक्टीरिया, ते किहड़े वाले हैगे अपने को, नाइट्रीफाइंग बैक्टीरिया जो नाइट्रोजन फिक्स करते हैं, तो वो किहड़े वाले हैगे अपने को कीमोसिंथेसिस बैक्टीरिया। नेक्स्ट अपने को फोटो ऑटोट्रोप्स जो ऑक्सीजेनिक बैक्टीरिया है, फोटो ऑटोट्रोप्स पहला वाली फोटो ऑटोट्रोप्स लेकिन नॉन ऑक्सीजेनिक सी, ऑक्सीजन प्रोड्यूस नहीं करते सी, ये की करनगे, ये ऑक्सीजन की प्रोडक्शन कराणगे, ऑक्सीजन ਦੀ ਪ੍ਰੋਡਕਸ਼ਨ ਕਰਾਉਣਗੇ। ਤਾਂ ਇਹ ਕਿਹੜੇ ਵਾਲੇ ਹੋਣਗੇ, ਇਹ ਆਪਣੇ ਕੋਲ ਹੋਣਗੇ ਸਾਇਨੋਬੈਕਟੀਰੀਆ, ਸਾਇਨੋਬੈਕਟੀਰੀਆ ਦੇ ਵਿੱਚ ਕਿਹੜੇ ਵਾਲਾ, ਇੱਕ ਬਲੂ ਗ੍ਰੀਨ ਐਲਗੀ। ਸਾਇਨੋਬੈਕਟੀਰੀਆ ਇੱਕ ਵਾਈਡ ਕੈਟਾਗਰੀ ਹੈ ਜਿਹੜੇ ਆਕਸੀਜਨ ਨੂੰ ਪ੍ਰੋਡਿਊਸ ਕਰਦੇ ਆ, ਤਾਂ ਉਸ ਦੇ ਵਿੱਚ ਇੱਕ ਐਗਜ਼ਾਮਪਲ ਦੇ ਰੱਖੇ ਬਲੂ ਗ੍ਰੀਨ ਐਲਗੀ। ਤਾਂ ਇਹ ਆਪਾਂ ਗੱਲ ਕਰੀਏ ਜੋ ਬੈਕਟੀਰੀਆ ਐਵੋਲੂਸ਼ਨ ਕਰਕੇ ਲਾਸਟ ਸਟੇਜ ਤੱਕ ਪਹੁੰਚੇ, ਜਦੋਂ ਸਾਇਨੋਬੈਕਟੀਰੀਆ ਇਵੋਲਵ ਹੋ ਗਏ, ਜਦੋਂ ਇਹ ਇਵੋਲਵ ਹੋਏ ਤਾਂ ਕੀ ਹੋਇਆ, ਆਕਸੀਜਨ ਐਗਜ਼ਿਸਟੈਂਸ ਵਿੱਚ ਆ। ਤਾਂ ਪਹਿਲਾਂ ਐਟਮੋਸਫੇਅਰ ਕੀ ਸੀ, ਪ੍ਰਿਮਿਟਿਵ ਜਿਹੜੀ ਅਰਥ ਸੀ, ਉਹ ਕੀ ਸੀਗੀ, ਪ੍ਰਿਮਿਟਿਵ ਅਰਥ ਐਟਮੋਸਫੇਅਰ ਕੀ ਸੀਗਾ, ਉਹ ਸੀਗਾ ਆਪਣੇ ਕੋਲ ਰਿਡਿਊਸ। ਲੇਕਿਨ ਆਕਸੀਜਨ ਦੇ ਐਗਜ਼ਿਸਟੈਂਸ ਆਉਣ ਕਰਕੇ ਉਹ ਕੀ ਹੋ ਗਿਆ, ਹੁਣ ਨॉन ਰਿਡਿਊਸਿੰਗ ਹੋ ਜਾਏਗਾ। ਆਕਸੀਜਨ ਦੇ ਐਗਜ਼ਿਸਟੈਂਸ ਆਈ ਤਾਂ ਐਟਮੋਸਫੇਅਰ ਕੀ ਹੋ ਗਿਆ,
पेयर नॉन रिड्यूसिंग। ਤਾਂ ਇਹ ਸਾਇਨੋਬੈਕਟੀਰੀਆ ਜਦੋਂ ਅਰਥ ਤੇ ਐਗਜ਼ਿਸਟੈਂਸ ਹੋਈ ਤਾਂ ਉਸ ਤੋਂ ਬਾਅਦ ਜਿਹੜਾ ਐਟਮੋਸਫੇਅਰ ਸੀ ਉਹ ਕੀ ਹੋ ਗਿਆ, ਨॉन ਰਿਡਿਊਸਿੰਗ ਹੋ ਗਿਆ। ਤਾਂ ਸਾਇਨੋਬੈਕਟੀਰੀਆ ਜਿਹੜੇ ਹੈਗੇ ਉਹ ਕਿਹੜੇ ਵਾਲੇ ਹੈਗੇ ਆ, ਉਹ ਕੀ ਕਰਦੇ, ਯੂਜ਼ ਕਰਦੇ ਆ H2O। ਹਾਈਡਰੋਜਨ ਦਾ ਸੋਰਸ ਕਿਹੜਾ ਹੁੰਦਾ ਉਹਨਾਂ ਕੋਲ, H2O ਯੂਜ਼ ਕਰਦੇ ਆ। ਉਹ ਇਹਨਾਂ ਦੇ ਵਿੱਚ ਕੀ ਹੁੰਦਾ, ਕਲੋਰੋਫਿਲ ਪਿਗਮੈਂਟਸ ਆ ਜਾਂਦੇ, ਟਰੂ ਵਾਲੀਆਂ ਕਲੋਰੋਫਿਲ ਪਿਗਮੈਂਟਸ ਆ ਜਾਂਦੀਆਂ ਜੋ ਕਿ ਪਲਾਂਟ ਦੇ ਵਿੱਚ ਹੁੰਦੀਆਂ। ਔਰ ਕਲੋਰੋਫਿਲ ਪਿਗਮੈਂਟਸ ਕੀ ਕਰਦੀਆਂ, ਇਸ ਬੈਕਟੀਰੀਆ ਦੀ ਹੈਲਪ ਕਰਦੀਆਂ ਵਾਟਰ ਨੂੰ ਯੂਟੀਲਾਈਜ਼ ਕਰਨ ਲਈ, ਵਾਟਰ ਨੂੰ ਯੂਜ਼ ਕਰਨਗੀਆਂ, ਵਾਟਰ ਨੂੰ ਯੂਜ਼ ਕਰਨਗੀਆਂ ਤਾਂ ਜਿੱਥੋਂ ਕੀ ਹੋਏਗਾ ਇਹਨਾਂ ਕੋਲ ਹਾਈਡਰੋਜਨ ਪੈਦਾ ਹੋਏਗੀ, ਪਲੱਸ ਹਾਈਡਰੋਜਨ ਯੂਜ਼ ਕਰਨੇ ਦੇ ਨਾਲ ਕੀ ਹੋਏਗਾ, ਆਕਸੀਜਨ ਗੈਸ ਵੀ ਇਹਨਾਂ ਤੋਂ ਪ੍ਰੋਡਕਸ਼ਨ ਹੋਏਗੀ। ਇਹ ਸੀ ਸਾਇਨੋਬੈਕਟੀਰੀਆ। ਤਾਂ ਸਾਇਨੋਬੈਕਟੀਰੀਆ ਦੇ ਜਦੋਂ ਐਗਜ਼ਿਸਟੈਂਸ ਹੋਈ ਤਾਂ ਜਿਹੜਾ ਅਰਥ ਦਾ ਐਟਮੋਸਫੇਅਰ ਸੀ ਉਹ ਕੀ ਹੋ ਗਿਆ, ਨॉन ਰਿਡਿਊਸਿੰਗ ਨੇਚਰ 'ਚ ਹੋ ਗਿਆ। ਨੈਕਸਟ ਦੇਖੋ, ਆਕਸੀਜਨ ਜੋ ਐਗਜ਼ਿਸਟੈਂਸ ਹੋਈ ਤੇ ਕਿਹੜੇ ਕਿਹੜੇ ਵਾਲੇ ਹੋ ਗਏ, ਫ੍ਰੀ ਆਕਸੀਜਨ, ਆਕਸੀਡਾਈਜ਼ ਮਿਥੇਨ ਨੂੰ ਵੀ ਆਕਸੀਡਾਈਜ਼ ਕਰਤਾ, ਅਮੋਨੀਆ ਨੂੰ ਵੀ ਕਰਤਾ। ਤੇ ਕਿਹੜੇ ਵਾਲੇ ਗੈਸਸ ਬਣ ਗਏ, ਕਾਰਬਨ ਡਾਈਆਕਸਾਈਡ, ਨਾਈਟ੍ਰੋਜਨ, ਵਾਟਰ, ਇਹ ਸਾਰੀਆਂ ਚੀਜ਼ਾਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ, ਫੋਮ ਗੈਸਸ। ਔਰ ਇਹਨਾਂ ਦੀ ਆਕਸੀਜਨ ਦੀ ਕੰਬੀਨੇਸ਼ਨ ਕਰਕੇ ਕੀ ਹੋਇਆ, ਓਜ਼ੋਨ ਵੀ ਆ ਗਿਆ, ਓਜ਼ੋਨ ਦੀ ਲੇਅਰ ਵੀ ਹੋ ਗਈ ਅਰਥ ਦੇ ਆਊਟਸਾਈਡ ਤੇ, ਜਿਹੜੀ ਕੀ ਕਰਨ ਲੱਗ ਗਈ, ਅਬਜ਼ੋਰਬ ਕਰਨ ਲੱਗ ਗਈ ਯੂਵੀ ਰੇਜ਼ ਤੇ ਸਨਲਾਈਟਸ ਨੂੰ। ਸਮ ਪ੍ਰੋਕਿਓਰ ਅਡੈਪਟਡ ਦੈਮਸੈਲਫ ਅਰੋਬਿਕ ਮੋਡ ਆਫ ਰੈਸਪੀਰੇਸ਼ਨ। ਅਰੋਬਿਕ ਦੇ ਵਿੱਚ ਕੀ ਹੈ, ਪਹਿਲਾਂ ਵਾਲੇ ਕੀ ਕਰ ਰਹੇ ਸੀ, ਨॉन ਅਰੋਬਿਕ ਸੀਗੇ, ਨॉन ਅਰੋਬਿਕ। ਨॉन ਅਰੋਬਿਕ ਕਿਉਂਕਿ ਆਕਸੀਜਨ ਕੀ ਸੀਗੀ, ਪ੍ਰੈਜ਼ੈਂਟ ਹੀ ਨਹੀਂ ਸੀ। ਤਾਂ ਆਕਸੀਜਨ ਹੁੰਦੀ ਤਾਂ ਫਿਰ ਉਹਨੂੰ ਅਰੋਬਿਕ ਕਰਨੀ ਸੀ, ਤੇ ਇਸ ਲਈ ਪਹਿਲਾਂ ਵਾਲੇ ਬੈਕਟੀਰੀਆ ਕਿਹੜੇ ਵਾਲੇ ਸੀ, ਆਕਸੀਜਨ ਦੀ ਜਦੋਂ ਐਗਜ਼ਿਸਟੈਂਸ ਨਹੀਂ ਸੀ, ਨॉन ਅਰੋਬਿਕ ਬੈਕਟੀਰੀਆ ਸੀ, ਮਤਲਬ ਆਕਸੀਜਨ ਤੋਂ ਵਿਦਾਊਟ ਹੀ ਚੱਲ ਰਹੇ ਸੀ। ਜਦੋਂ ਆਕਸੀਜਨ ਪ੍ਰੈਜ਼ੈਂਟ ਹੋਈ, ਐਗਜ਼ਿਸਟੈਂਸ 'ਚ ਆਈ, ਤਾਂ ਉਸ ਤੋਂ ਬਾਅਦ ਵਿੱਚ ਕੀ ਹੋ ਗਿਆ, ਬਹੁਤ ਸਾਰੇ ਬੈਕਟੀਰੀਆ ਸੀ ਜਿਹੜੇ ਕੀ ਕਰਨਾ ਸ਼ੁਰੂ ਕਰਤਾ, ਬੈਕਟੀਰੀਆ ਕਿਹੜੇ ਵਾਲੇ ਹੋ ਗਿਆ, ਉਹਨੂੰ ਅਡੈਪਟ ਕਰ ਰਿਹਾ, ਕਿਹੜੇ ਵਾਲੇ, ਐਰੋਬਿਕ ਰੈਸਪੀਰੇਸ਼ਨ। ਐਰੋਬਿਕ ਰੈਸਪੀਰੇਸ਼ਨ ਦੇ ਵਿੱਚ ਕੀ ਹੈ, ਜਿਹੜੀ એનર્ਜੀ ਹੈ ਉਹ ਬਹੁਤ ਜ਼ਿਆਦਾ 20 ਟਾਈਮਸ ਜ਼ਿਆਦਾ ਬਣਦੀ ਹੈ। ਜੇ ਅਗਰ ਆਪਾਂ ਕਿਹਦੀ ਗੱਲ ਕਰ ਰਹੇ ਹਾਂ, ਐਰੋਬਿਕ ਰੈਸਪੀਰੇਸ਼ਨ ਦੇ ਵਿੱਚ ਕੀ ਹੁੰਦਾ, ਜਿਹੜੀ એનર્ਜੀ ਪ੍ਰੋਡਕਸ਼ਨ ਹੈ ਉਹ ਕੀ ਹੋਏਗੀ, 20 ਟਾਈਮਸ ਲਾਰਜਰ ਹੋਏਗੀ, 20 ਟਾਈਮਸ ਲਾਰਜਰ ਦੈਨ ਐਂਡ ਨॉन ਐਰੋਬਿਕ ਕਹਿ ਸਕਦੇ, ਜਾਂ ਫਿਰ ਆਪਣੇ को नॉन एरोबिक रेस्पिरेशन। ਇਹ ਸਭ ਚੀਜ਼ਾਂ ਕਦੋਂ ਹੋਈਆਂ, ਜਦੋਂ ਆਕਸੀਜਨ ਐਗਜ਼ਿਸਟੈਂਸ 'ਚ ਆਈ, ਐਟਮੋਸਫੇਅਰ ਵੀ ਹੋ ਗਿਆ, ਓਜ਼ੋਨ ਵੀ ਹੋ ਗਈ, ਓਜ਼ੋਨ ਵੀ ਹੋ ਗਈ, ਯੂਵੀ ਜਿਹੜੀਆਂ ਰੇਜ਼ ਸੀ ਉਹ ਵੀ ਕਿਉਂ ਹੋਣੀਆਂ ਸ਼ੁਰੂ ਹੋ ਗਈਆਂ, ਅਬਜ਼ੌਰਬ ਹੋਣੀਆਂ ਸ਼ੁਰੂ ਹੋ ਗਈਆਂ, ਅਬਜ਼ੌਰਬ ਹੋਣੀਆਂ ਸ਼ੁਰੂ ਹੋ ਗਈਆਂ। ਓਜ਼ੋਨ ਦੀ ਐਗਜ਼ਿਸਟੈਂਸ ਹੋ ਗਈ, ਯੂਵੀ ਰੇਜ਼ ਜਿਹੜੀਆਂ ਸੀ ਉਹ ਅਬਜ਼ੌਰਬ ਹੋਣੀਆਂ ਸ਼ੁਰੂ ਹੋ ਗਈਆਂ। ਬੈਕਟੀਰੀਆ ਸੀ ਉਹ ਕਿਹੜੇ ਵਾਲੀ ਮੋਡ ਕਰਨ ਲੱਗ ਗਏ, ਐਰੋਬਿਕ ਮੋਡ ਆਫ ਰੈਸਪੀਰੇਸ਼ਨ ਹੋਣਾ ਸਟਾਰਟ ਕਰਤਾ, ਕਿਉਂਕਿ ਉਹਨਾਂ ਨੂੰ ਕੀ ਮਿਲ ਰਿਹਾ ਸੀ, એનર્ਜੀ ਬਹੁਤ ਜ਼ਿਆਦਾ ਮਿਲ ਰਹੀ ਸੀ ਐਨਾਰੋਬਿਕ ਰੈਸਪੀਰੇਸ਼ਨ ਦੇ ਕੰਪੈਰੀਟਿਵ। ਐਨਾਰੋਬਿਕ ਕਿਹੜੇ ਵਾਲੀ ਹੁੰਦੀ ਹੈ, ਜਿਹੜੀ ਆਕਸੀਜਨ ਤੇ ਵਿਦਾਊਟ ਰੈਸਪੀਰੇਸ਼ਨ ਕਰਦੇ, ਵਿਦਾਊਟ ਆਕਸੀਜਨ, ਵਿਦਾਊਟ ਆਕਸੀਜਨ ਰੈਸਪੀਰੇਸ਼ਨ ਜਿਹੜੀ ਹੋਏਗੀ ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਐਨਾਰੋਬਿਕ। ਤਾਂ ਨੈਕਸਟ ਓਰੀਜਨ ਆਫ ਯੂਕੈਰੀਓਟ ਕਿੱਦਾਂ ਹੋਇਆ, ਹੁਣ ਤੱਕ ਆਪਾਂ ਪ੍ਰੋਕੈਰੀਓਟ ਪੜ੍ਹਿਆ, ਤਾਂ ਰੀਜਨ ਆਫ ਜਿਹੜਾ ਆਪਣੇ ਕੋਲ ਯੂਕੈਰੀਓਟ ਹੋਇਆ ਉਹ ਕਦੋਂ ਹੋਇਆ, ਅੱਜ ਤੋਂ 1.5 ਬਿਲੀਅਨ ਈਅਰਸ ਅਗੋ, 1.5 ਬਿਲੀਅਨ ਈਅਰਸ ਅਗੋ ਜਿਹੜਾ ਉਹ ਆਪਣੇ ਕੋਲ ਕੀ ਹੋਇਆ, ਯੂਕੈਰੀਓਟ ਸੈਲ ਦੀ ਐਗਜ਼ਿਸਟੈਂਸ ਹੋਈ ਪ੍ਰਿਮਿਟਿਵ ਓਸ਼ਨ ਦੇ ਵਿੱਚ। ਯੂਕੈਰੀਓਟ ਵੀ ਕਿੱਥੇ ਪ੍ਰੋਡਿਊਸ ਹੋਇਆ, ਆਪਣੇ ਕੋਲ ਪ੍ਰਿਮਿਟਿਵ ਓਸ਼ਨ ਦੇ ਵਿੱਚ। ਪ੍ਰੋਕੈਰੀਓਟ ਵੀ ਉੱਥੇ ਸੀ, ਔਰ ਯੂਕੈਰੀਓਟ ਦੀ ਵੀ ਜਿਹੜੀ ਐਗਜ਼ਿਸਟੈਂਸ ਹੋਈ ਹੈ ਕਿੱਥੇ ਹੋਈ ਹੈ, ਪ੍ਰਿਮਿਟਿਵ ਓਸ਼ਨ।
ਔਰ ਇਹ ਇੱਕ ਐਕਸਪੈਰੀਮੈਂਟ ਦੇ ਜ਼ਰੀਏ ਪ੍ਰੂਵ ਕਰਿਆ ਕਿ ਕਿੱਦਾਂ ਹੋ ਸਕਦਾ। ਤੇ ਐਕਸਪੈਰੀਮੈਂਟ ਕਰਿਆ ਕਿੰਨੇ ਆ, ਇਸ ਦਾ ਨਾਮ ਹੈ ਹੈਰੋਲਡ ਉਰੇ ਐਂਡ ਸਟੇਨਲੇ ਮਿਲਰ। ਮਿਲਰ ਦੇ ਨਾਮ ਨਾਲ ਜ਼ਿਆਦਾ ਇਹ ਜਾਣਿਆ ਜਾਂਦਾ। ਇਹ ਪੁੱਛ ਸਕਦੇ ਕਿ ਉਸ ਦੇ ਨਾਲ ਜਿਹੜਾ ਕੋਆਰਡੀਨੇਟਰ ਕਿਹੜੇ ਵਾਲਾ ਸੀਗਾ, ਸਟੇਨਲੇ ਮਿਲਰ, ਔਰ ਇਸ ਦੇ ਨਾਲ ਦੂਸਰਾ ਸੈਕਿੰਡ ਵਾਲਾ ਸਾਇੰਟਿਸਟ ਕਿਹੜੇ ਵਾਲਾ ਸੀ, ਹੈਰੋਲਡ ਉਰੇ। ਮੇਨਲੀ ਇਹ ਐਕਸਪੈਰੀਮੈਂਟ ਜਿਹੜਾ ਹੈ, ਐਵੀਡੈਂਸ ਜਿਹੜਾ ਕੈਮੀਕਲ ਐਵੋਲੂਸ਼ਨ ਹੋ ਰਹੀ ਹੈ ਜਿਹੜੇ ਯੂਕੈਰਿਓਟਿਕ ਸੈੱਲ ਨੇ, ਇਸ ਦਾ ਐਵੀਡੈਂਸ ਕਿਹਨੇ ਦਿੱਤਾ ਜਾਂ ਕਿਸ ਨੇ ਐਕਸਪੈਰੀਮੈਂਟ ਕਰਿਆ, ਮਿਲਰ ਐਕਸਪੈਰੀਮੈਂਟ ਦੇ ਨਾਮ ਨਾਲ ਇਹ ਮੋਸਟਲੀ ਜਿਹੜਾ ਐਕਸਪੈਰੀਮੈਂਟ ਜਾਣਿਆ ਜਾਂਦਾ। ਤਾਂ ਇਸਨੇ ਕਰਿਆ ਕੀ ਸੀ, ਇਸਨੇ ਇੱਕ ਚੈਂਬਰ ਲਿਆ ਜਿਸ ਦੇ ਵਿੱਚ ਗੈਸ ਫਿਲ ਕਰੀਆਂ, ਕਿਹੜੇ ਵਾਲੀਆਂ ਕਰੀਆਂ ਆਪਣੇ ਕੋਲ, ਵੈਮ, ਯਾਦ ਰੱਖਣਾ ਵੈਮ, WHAM। ਇਹ ਪੁੱਛ ਰਹੇ ਨੇ ਮਿਲਰ ਨੇ ਜਿਹੜੀਆਂ ਐਕਸਪੈਰੀਮੈਂਟ ਕਰਿਆ ਸੀ ਕਿਹੜੀ ਵਾਲੀਆਂ ਗੈਸਸ ਉਹਨਾਂ ਨੇ ਲਈਆਂ ਸੀਗੀਆਂ ਔਰ ਕਿਹੜੀ ਰੇਸ਼ੋ ਦੇ ਵਿੱਚ ਲਈਆਂ ਸੀ। ਵੈਮ ਤੋਂ ਯਾਦ ਰੱਖਣਾ ਵਾਟਰ, ਹਾਈਡਰੋਜਨ, ਅਮੋਨੀਆ ਔਰ ਐਮੋਥੇਮਥੇਨ। ਵੈਮ ਤੋਂ ਯਾਦ ਰੱਖੋਗੇ, ਔਰ ਵਾਟਰ ਨੂੰ ਛੱਡ ਕੇ ਬਾਕੀ ਜਿਹੜੇ ਮਿਥੇਨ ਹੈ, ਨਾਈਟ੍ਰੋਜਨ, ਅਮੋਨੀਆ, ਮਿਥੇਨ, ਅਮੋਨੀਆ ਤੇ ਹਾਈਡਰੋਜਨ, ਇਹ 2:1:2 ਰੇਸ਼ੋ ਦੇ ਵਿੱਚ ਸੀ। ਇਸ ਚੀਜ਼ ਨੂੰ ਯਾਦ ਰੱਖਣਾ, ਕਿਹੜੇ ਵਾਲੀ ਹੈਗੀ ਹੈ, ਮਿਥੇਨ, ਅਮੋਨੀਆ ਐਂਡ ਹਾਈਡਰੋਜਨ, 2:1:2। ਇਸ ਰੇਸ਼ੋ ਵਿੱਚ ਇਹਨਾਂ ਨੇ ਚੈਂਬਰ ਦੇ ਵਿੱਚ ਗੈਸਸ ਲਈਆਂ ਔਰ ਇੱਥੋਂ ਕੀ ਟੰਗਸਟਨ ਦੇ ਇਲੈਕਟ੍ਰੋਡ ਲੈ ਕੇ ਇਸ ਦੀ ਸਪਾਰਕਿੰਗ ਕਰਾਈ ਔਰ ਇੱਥੇ ਟੈਂਪਰੇਚਰ ਕਿੰਨਾ ਕਰਤਾ, 800 ਡਿਗਰੀ ਸੈਲਸੀਅਸ, ਜੋ ਇੱਕ ਪਰਮਿਟਿਵ ਅਰਥ ਦੇ ਉੱਪਰ ਸੀ। ਔਰ ਆਪਣੇ ਕੋਲ ਗੈਸਸ ਵੀ ਇਹ ਵਾਲੀ ਪ੍ਰੈਜ਼ੈਂਟ ਸੀ ਚਾਰੋਂ। ਔਰ ਜਦੋਂ ਉਹਨਾਂ ਨੇ ਇਹ ਇੱਕ ਕੰਡੀਸ਼ਨ ਅਰਾਈਜ਼ ਕਰ ਦਿੱਤੇ ਜੋ ਪਰਮਿਟਿਵ ਅਰਥ ਤੇ ਸੀ, ਤਾਂ ਫਿਰ ਉਹਨਾਂ ਨੇ ਦੇਖਿਆ ਕਿ ਇੱਥੋਂ ਜੋ ਬਣ ਕੇ ਆ ਰਿਹਾ ਨੀਚੇ ਇੱਕ ਵਾਟਰ ਹੈ, ਹੌਟ ਵਾਟਰ ਔਰ ਵਾਟਰ ਆਊਟ, ਕੰਡੈਂਸਰ ਦੇ ਰੱਖਿਆ ਕਿਉਂਕਿ ਇੱਥੇ ਟੈਂਪਰੇਚਰ ਬਹੁਤ ਜ਼ਿਆਦਾ ਸੀ, ਪਾਣੀ ਹੈ ਨੀਚੇ। ਜਦੋਂ ਇੱਥੇ ਨੀਚੇ ਆਪਣੇ ਕੋਲ ਮੋਲੀਕੂਲ ਹੈਗੇ ਆ ਜਿਹੜੇ ਆਪਾਂ ਇੰਨਾ ਜ਼ਿਆਦਾ ਹਾਈ ਟੈਂਪਰੇਚਰ ਕਰਿਆ, ਜਿੱਦਾਂ ਓਸ਼ਨ ਬਣੇ ਸੀ, ਪਰਮਿਟਿਵ ਓਸ਼ਨ, ਉਸ ਤਰ੍ਹਾਂ ਸਿਮਿਲਰ ਦੀ ਕੰਡੀਸ਼ਨ ਕੀ ਇੱਥੇ ਨੀਚੇ ਪਾਣੀ ਦੇ ਵਿੱਚ ਉਹਨਾਂ ਨੂੰ ਕੀ ਦੇਖਣ ਨੂੰ ਮਿਲਿਆ ਕਿ ਇਹਨਾਂ ਨੂੰ ਇਹ ਵਾਲੇ ਜਿਹੜੇ ਆ ਨੀਚੇ ਮੋਲੀਕੂਲਸ ਫਾਰਮ ਹੁੰਦੇ ਦਿਖੇ। ਕਿਹੜੇ ਵਾਲੇ ਮੋਲੀਕੂਲ, ਸਿੰਪਲ ਆਰਗੈਨਿਕ ਮੋਲੀਕੂਲ, ਐਨਾਲਿਨ, ਅਸਪਾਰਟਿਕ ਐਸਿਡ, ਗਲਾਈਸਿਨ, ਯੂਰੀਆ, ਲੈਕਟਿਕ ਐਸਿਡ, ਐਸਟਿਕ ਐਸਿਡ, ਫਾਰਮਿਕ ਐਸਿਡ, ਇਹ ਸਾਰੇ ਆਰਗੈਨਿਕ ਮੋਲੀਕੂਲ ਜਿਹੜੇ ਹੈਗੇ ਆ ਉਹਨਾਂ ਨੂੰ ਫਾਰਮ ਹੁੰਦੇ ਦਿਖੇ। ਇੱਕ ਐਵੀਡੈਂਸ ਕਿਹੜੇ ਵਾਲਾ ਸੀ, ਕੈਮੀਕਲ ਐਵੋਲੂਸ਼ਨ, ਜੋ ਆਪਾਂ ਹੁਣ ਪਿੱਛੇ ਕਰਕੇ ਆਏ ਨਾ ਪ੍ਰੋਕੈਰੀਓਟ ਦੇ ਵਿੱਚ, ਪ੍ਰੋਕਾਰੀਓਟਿਕ ਦੇ ਵਿੱਚ ਆਪਾਂ ਦੇਖਿਆ ਸੀ ਕਿ ਜਦੋਂ ਯੂਵੀ ਰੇਜ਼ ਉੱਪਰ ਫਾਲ ਹੋ ਰਹੀਆਂ ਸੀ ਤੇ ਜਿਹੜੇ ਹੌਟ ਡਿਲੂਟ ਸੋਪ ਬਣਿਆ ਸੀ, ਹੌਟ ਡਿਲੂਟ ਸੋਪ, ਜਿਸ ਦੇ ਵਿੱਚ ਕੀ ਬਣਿਆ ਸੀ, ਪਹਿਲਾਂ ਸਿੰਪਲ ਆਰਗੈਨਿਕ ਮੋਲੀਕੂਲ ਬਣੇ, ਫਿਰ ਕਿਹੜੇ ਵਾਲੇ ਬਣ ਗਏ, ਮੈਕਰੋ ਮੋਲੀਕੂਲ ਬਣ ਗਏ। ਤਾਂ ਉਹਦੇ ਵਿੱਚ ਆਪਾਂ ਦੇਖਿਆ ਸੀ ਕਿ ਹਾਈ ਟੈਂਪਰੇਚਰ ਹੋਣ ਕਰਕੇ ਕੁਝ ਗੈਸਸ ਆਪਣੇ ਵਿੱਚ ਆਪਣੇ ਆਪ ਨਾਲ ਹੀ ਰਿਐਕਟ ਕਰਕੇ ਕੀ ਕਰ ਰਹੀਆਂ ਸੀ, ਉਹਨਾਂ ਨੇ ਸਿੰਪਲ ਆਰਗੈਨਿਕ ਮੋਲੀਕੂਲ ਫਾਰਮ ਕਰੇ, ਫਿਰ ਉਸ ਤੋਂ ਮੈਕਰੋ ਮੋਲੀਕੂਲ ਬਣੇ। ਤੇ ਇਹ ਐਕਸਪੈਰੀਮੈਂਟ ਉਸ ਵਾਲੀ ਚੀਜ਼ ਨੂੰ ਹੀ ਇੱਕ ਤਰ੍ਹਾਂ ਦਾ ਪ੍ਰੂਵ ਕਰਨ ਲਈ ਇਹ ਕਰਿਆ ਗਿਆ। ਤਾਂ ਇਹ ਪੁੱਛਿਆ ਜਾ ਸਕਦਾ ਕਿਹਨੇ ਕਰਿਆ ਗਿਆ ਸੀ, ਮਿਲਰ ਨੇ। ਜੋ ਐਵੀਡੈਂਸ ਕੈਮੀਕਲ ਐਵੋਲੂਸ਼ਨ ਦੀ ਜਿਹੜੀ ਹੈਗੀ ਆ, ਉਹ ਐਕਸਪੈਰੀਮੈਂਟ ਕਿਹਨੇ ਕਰਿਆ, ਸਟੇਨਲੀ ਮਿਲਰ। ਅੱਜ ਲਈ ਇੰਨਾ ਹੀ। ਔਰ ਯੂਕੈਰਿਓਟਿਕ ਦੇ ਜਿਹੜੀ ਹੈ, ਜਿਹੜੇ ਪ੍ਰੋਕੈਰੀਓਟ ਬਣਿਆ ਉਸ ਦੇ ਵਿੱਚ ਹੋਰ ਵੀ ਆਰਗੇਨਿਜ਼ਮ ਆ ਗਈਆਂ, ਲਾਈਕ ਨਿਊਕਲੀਅਸ, ਮਾਈਟੋਕੌਂਡਰੀਆ, ਸੈਲ ਆਰਗੇਨਿਜ਼ਮ ਡਿਵੈਲਪ ਹੋ ਗਈਆਂ। ਤਾਂ ਮਟੋਟਿਕਲੀ ਇਹ ਸਾਰੀਆਂ ਚੀਜ਼ਾਂ ਬਣੀਆਂ, ਮੈਟਾਬੋਲਿਕਲੀ ਡਿਵੈਲਪ ਹੋ ਗਈਆਂ। ਤਾਂ ਇਹ ਜ਼ਿਆਦਾ ਐਕਟਿਵ ਸੀਗਾ, ਇਟ ਬਿਕਮ ਮੋਰ ਐਕਟਿਵ ਦਸ ਫ੍ਰੀ ਲਿਵਿੰਗ ਯੂਕੈਰਿਓਟ ਸੈਲ ਲਾਈਕ ਆਰਗੇਨਿਜ਼ਮ ਵਿਚ ਨੀਡ। ਇਹ ਸਭ ਕੁਝ ਦੇ ਰੱਖਿਆ, ਲੇਕਿਨ ਇਸ ਦਾ ਕੋਈ ਆਪਣੇ ਕੋਲ ਕਿ ਥਿਊਰੀ ਜਾਂ ਪਾਰਟੀਕੂਲਰ ਹੋਰ ਚੀਜ਼ ਨਹੀਂ ਹੈ ਕਿ ਇਸ ਦੇ ਵਿੱਚ ਜਸਟ ਜੋ ਪ੍ਰੋਕੈਰੀਓਟ ਹੈ ਉਸ ਦੇ ਵਿੱਚ ਆਰਗੇਨਿਜ਼ਮ ਡਿਵੈਲਪ ਹੋਈਆਂ, ਡਿਵੈਲਪ ਹੋਣ ਨਾਲ ਕੀ ਹੋ ਗਿਆ, ਮੋਰ ਐਪਲੀਕੇਬਲ ਹੋ ਗਿਆ ਐਕਟੀਵਿਟੀਜ਼ ਪਰਫਾਰਮ ਕਰਨ ਲਈ, ਤਾਂ ਜਿਸ ਨੂੰ ਇੱਕ ਨਾਮ ਦੇ ਦਿੱਤਾ ਫ੍ਰੀ ਲਿਵਿੰਗ ਯੂਕੈਰਿਓਟਿਕ ਸੈਲ ਜਾਂ ਆਰਗੇਨਿਜ਼ਮ। ਤੇ ਕਦੋਂ ਇਹ ਫਾਰਮ ਹੋਇਆ ਸੀ, 1.5 ਬਿਲੀਅਨ ਈਅਰਸ ਅਗੋ। ਤੇ ਕੈਮੀਕਲ ਐਵੋਲੂਸ਼ਨ ਦਾ ਜਿਹੜਾ ਪ੍ਰੂਵ ਕਰਿਆ ਸੀ ਕਿਹਨੇ ਕਰਿਆ ਸੀ, ਸਟੇਨਲੇ ਮਿਲਰ ਨੇ। ਸਟੇਨਲੇ ਮਿਲਰ ਨੇ ਕਿਹੜੀ ਕਿਹੜੀ ਵਾਲੀ ਗੈਸਾਂ ਲਈਆਂ, ਈਅਰ ਯਾਦ ਕਰ ਲਓ, ਕਿਹੜੇ ਕਿਹੜੇ ਵਾਲੀ, ਮਥੇਨ, ਅਮੋਨੀਆ ਐਂਡ ਹਾਈਡਰੋਜਨ, ਕਿਹੜੀ ਰੇਸ਼ੋ ਦੇ ਵਿੱਚ ਲਈ ਹੈ, 2:1:2। ਤੇ ਕੁਐਸਚਨ ਆ ਜਾਂਦੇ ਡਾਇਰੈਕਟਲੀ ਕਿ ਕਿਹੜੇ ਰੇਸ਼ੋ ਵਿੱਚ ਲਈਆਂ ਸੀ ਉਹਨੇ, ਜਾਂ ਫਿਰ ਕਿਹੜੇ ਵਾਲੇ ਗੈਸਸ ਨੇ।
ਅੱਜ ਦੀ ਕਲਾਸ ਇੰਨੀ ਹੀ। ਥੈਂਕ ਯੂ।